प्रभु ने ਉਹਦੇ ਅੰਦਰ ਚਾਹਤ ਤਾਂ ਪਾਈ ਆ, ਉਹ ਸਟਰੈਂਥ ਤਾਂ ਪਾਈ ਆ, ਪਰ ਉਸ ਨੂੰ ਪੂਰੀ ਨਹੀਂ ਕਰ ਸਕਦਾ। ਯਿਸੂ ਨੂੰ ਕਿਹਾ ਮੈਂ ਤੇਰੇ ਲਈ ਮੈਂ ਮਰ ਜਾਊਂਗਾ। ਔਰ ਅਜੀਬ ਚੀਜ਼ ਇਹ ਆ ਕਿ ਸਾਰਿਆਂ ਚੇਲਿਆਂ ਦੇ ਵਿੱਚੋਂ ਉਹ ਕੱਲਾ ਸੀ ਜਿਹਨੇ ਤਲਵਾਰ ਚੁੱਕੀ। ਉਸਨੇ ਤਲਵਾਰ ਚਲਾਈ, ਲੇਕਿਨ ਉਸ ਤੋਂ ਬਾਅਦ ਉਹ ਜਿਹੜੀ ਉਹਦੀ ਆਪਣੀ ਮੇਰੀ ਜਿੱਦਾਂ ਤਾਕਤ ਆ ਉਹ ਮੁੱਕ ਗਈ। ਔਰ ਉਸ ਤੋਂ ਬਾਅਦ ਫਿਰ ਅਸੀਂ ਇਹ ਦੇਖਦੇ, ਟ੍ਰਾਂਸਲੇਸ਼ਨ ਉਹਦੀ ਹੁੰਦੀ ਦੇਖਦੇ ਪਏ ਕਿ ਜਿਸ ਤਰ੍ਹਾਂ ਕਿ ਇੱਕ ਤਾਕਤ, ਇੱਕ ਜ਼ੋਰ ਮੁੱਕ ਗਿਆ, ਗੱਡੀ ਚੋਂ ਗੈਸ ਮੁੱਕ ਗਿਆ ਤੇ ਹੁਣ ਉਹ ਕੁਛ ਨਹੀਂ ਕਰ ਸਕਦਾ। ਆਪਣੇ ਵੱਲੋਂ ਉਹਦੇ ਕੋਲ ਜਿੰਨਾ ਜੋਸ਼ ਸੀਗਾ, ਜ਼ੋਰ ਤੇ ਜੋਸ਼ ਉਹਨੇ ਵਰਤ ਲਿਆ ਔਰ ਪ੍ਰਭੂ ਨੇ ਉਸਨੂੰ ਛੱਡਿਆ ਨਹੀਂ। ਅਸੀਂ ਅਗਰ ਤੁਸੀਂ ਥੋੜੇ ਦਿਨ ਪਿੱਛੇ ਜਾਓ ਤੇ ਅਸੀਂ ਦੇਖਿਆ। ਉਸ ਤੋਂ ਬਾਅਦ ਅਸੀਂ ਇਹ ਦੇਖਿਆ ਕਿ ਜਿਸ ਵੇਲੇ ਪ੍ਰਭੂ ਦਾ ਆਤਮਾ ਉਸਦੇ ਉੱਤੇ ਉਤਰਿਆ ਤੇ ਫਿਰ ਉਹਨੂੰ ਕਿਸੇ ਦਾ ਡਰ ਨਹੀਂ ਸੀ, ਫਿਰ ਉਹਨੂੰ ਕਿਸੇ ਇਨਸਾਨ ਦਾ ਡਰ ਨਹੀਂ ਸੀ, ਉਹਨਾਂ ਦੇ ਅਹੁਦਿਆਂ ਦਾ ਕੋਈ ਡਰ ਨਹੀਂ ਸੀ। ਉਸਨੂੰ ਅਗਰ ਇਹ ਦੇਖੀਏ ਤਾਂ ਉਹ ਇਸ ਵੇਲੇ ਜੇਲ੍ਹ ਵੀ ਲੱਗ ਗਏ ਆ, ਤਲਵਾਰ ਵੀ ਲੱਗ ਗਏ ਆ, ਸਾਰੀਆਂ ਚੀਜ਼ਾਂ ਲੱਗ ਗਈਆਂ, ਉਸਨੂੰ ਕੋਈ ਡਰ ਨਹੀਂ। ਸੋ ਆਓ ਅਸੀਂ ਉਸ ਹਿੱਸੇ ਨੂੰ ਦੇਖੀਏ ਕਿ ਜਿਸਲੇ ਪ੍ਰਭੂ ਦਾ ਬਲ ਸਾਡੇ ਵਿੱਚ ਆਉਂਦਾ ਤੇ ਪ੍ਰਭੂ ਕਿਸ ਤਰ੍ਹਾਂ ਬਰਕਤ ਦਿੰਦਾ। ਆਓ ਮੇਰੇ ਨਾਲ। ਵੈਲਕਮ ਬ੍ਰਦਰ ਜੀ, ਚੰਗਾ ਲੱਗਾ ਤੁਹਾਨੂੰ ਦੇਖ ਕੇ। ਮੇਰੇ ਨਾਲ ਚੇਲਿਆਂ ਦੇ ਕਰਤੱਵ ਦੇ ਅਸੀਂ ਚੌਥੇ ਭਾਵ ਦੇ ਵਿੱਚ ਅਸੀਂ ਜਾਣਾ ਤੇ ਅਸੀਂ ਉਹ ਹਿੱਸਾ ਅੱਜ ਦੁਬਾਰਾ ਮੁੜ ਕੇ ਦੇਖਣਾ ਔਰ ਫਿਰ ਅਸੀਂ ਇਹ ਚੀਜ਼ ਦੇਖਣੀ ਕਿ ਪ੍ਰਭੂ ਨੇ ਕੀ ਕਰ ਦਿੱਤਾ ਜਿਹੜਾ ਇਹਦੇ ਵਿੱਚ ਇਸ ਇਨਸਾਨ ਦੇ ਅੰਦਰ ਪ੍ਰਭੂ ਨੇ ਇੱਕ ਨਵੀਂ ਜਾਨ ਪਾ ਦਿੱਤੀ। ਉਸ ਖੋਖਲੇ ਦੇ ਵਿੱਚ ਇੱਕ ਨਵੀਂ ਜਾਨ ਪ੍ਰਭੂ ਨੇ ਪਾ ਦਿੱਤੀ। ਕਿੱਦਾਂ ਪਾਈ? ਸੋ ਅਸੀਂ ਇਹ ਦੇਖਿਆ ਸੀ ਕਿ ਪਵਿੱਤਰ ਆਤਮਾ ਉਤਰਿਆ, ਪ੍ਰਭੂ ਨੇ ਉਹਨਾਂ ਨੂੰ ਬਰਕਤ ਦਿੱਤੀ, ਉਹ ਅੰਦਰ ਲੋਕ ਕੇ ਬੈਠੇ ਹੋ ਸੀ, ਉਹ ਬਾਹਰ ਨਿਕਲੇ, ਉਹਨਾਂ ਨੇ ਪ੍ਰਭੂ ਦੇ ਜਿਹੜੀ ਸੀਗਾ ਸ਼ੁਭ ਸਮਾਚਾਰ ਉਹ ਲੋਕਾਂ ਨੂੰ ਸੁਣਾਉਣਾ ਸ਼ੁਰੂ ਕੀਤਾ। ਸੋ ਕਿੱਦਾਂ ਦਾ ਸ਼ੁਭ ਸਮਾਚਾਰ ਸੁਣਾਉਂਦੇ ਸੀ ਉਹ ਵੀ ਸਾਨੂੰ ਹੁਣ ਪਤਾ ਲੱਗ ਜਾਣਾ ਅੱਗੇ ਜਾ ਕੇ। ਅਸੀਂ ਦੇਖਿਆ ਕਿ ਕਿਸ ਤਰ੍ਹਾਂ ਪ੍ਰਭੂ ਉਸਨੂੰ ਇੱਕ ਲੰਗੜੇ ਦੇ ਕੋਲ ਲੈ ਕੇ ਗਿਆ, ਜਿਹੜਾ ਜਨਮ ਦਾ ਲੰਗੜਾ ਉੱਥੇ ਬੈਠਾ ਰਹਿੰਦਾ ਸੀ ਵਿਚਾਰਾ। ਸੁੰਦਰ ਨਾਂ ਦੇ ਦਰਵਾਜ਼ੇ ਦੇ ਮੂਹਰੇ ਲੰਗੜਾ ਬੈਠਾ ਸੀ, ਦਰਵਾਜ਼ੇ ਦਾ ਨਾਂ ਤਾਂ ਸੁੰਦਰ ਸੀ। ਔਰ ਪ੍ਰਭੂ ਨੇ ਉਸਨੂੰ ਉਸਦੇ ਉੱਤੇ ਕਿਰਪਾ ਕੀਤੀ। ਉਸਨੇ ਪਤਰਸ ਦੇ ਦੁਆਰਾ ਪ੍ਰਭੂ ਨੇ ਕਿਹਾ ਕਿ ਵੀ ਮੇਰੇ ਤੋਂ ਹੋਰ ਤਾਂ ਕੁਛ ਨਹੀਂ ਹੈਗਾ, ਨਾ ਸੋਨਾ ਨਾ ਚਾਂਦੀ, ਪਰ ਯਿਸੂ ਦੇ ਨਾਂ ਤੇ ਤੂੰ ਉੱਠ ਤੇ ਚੱਲ ਫਿਰ। ਔਰ ਉਸਦੇ ਨਾਲ ਉਦਾਂ ਦਾ ਹੀ ਬਵਾਲ ਖੜਾ ਹੋਇਆ ਜਿਹੜਾ ਉਸ ਅੰਨੇ ਦੇ ਘਾਟੀ ਹੋਇਆ ਸੀ। ਜਿਸ ਵੇਲੇ ਉਹ ਅੰਨਾ ਠੀਕ ਹੋਇਆ ਸੀ, ਉਹੀ ਬਵਾਲ ਮੁੜ ਕੇ ਖੜਾ ਹੋਇਆ ਔਰ ਉਹਨਾਂ ਨੇ ਆਪਣੇ ਆਪ ਨੂੰ ਪਹਿਲਾਂ ਤੋਂ ਵੀ ਵੱਡੀ ਕੰਡੀਸ਼ਨ ਦੇ ਵਿੱਚ ਪਾ ਲਿਆ, ਕਿਉਂਕਿ ਉਦੋਂ ਤਾਂ ਇੱਕ ਸੀ, ਹੁਣ ਉਹ ਆਲਮੋਸਟ 11 ਹੈ। ਸੋ ਜਿਸ ਲਈ ਅਸੀਂ ਚੌਥੇ ਭਾਗ ਦੇ ਵਿੱਚ ਆਏ ਸੀਗੇ, ਇੱਥੇ ਅਸੀਂ ਖਤਮ ਕੀਤਾ ਸੀਗਾ, ਬੜੀ ਜਲਦੀ ਦੇ ਨਾਲ ਸੀਗਾ ਅਸੀਂ ਖਤਮ ਕੀਤਾ। ਚੌਥਾ ਭਾਗ ਉਸਦੀ 213 ਪੰਨਾ ਔਰ ਅਸੀਂ ਇਸ ਦੀ 1 ਤੋਂ ਲੈ ਕੇ 12 ਆਇਤ ਤੱਕ ਪੜਾਂਗੇ। पढ़ दो जी। हाँ जी, हाँ जी। प्रेरितों के कर्तव्य। जब वे लोगों से यह कह रहे थे, ये जाचक और मंदिर के सरदार और सदुकी उन पर चढ़ आए, क्योंकि वे बहुत क्रोधित हुए कि वे लोगों को सिखाते थे और यीशु का उदाहरण देकर मरे हुओं को जी उठने का प्रचार करते थे। और उन्होंने उन्हें पकड़कर दूसरे दिन तक हवालात में रखा और संध्या हो गई थी, परंतु वचन में वे सुनने वालों में से बहुतों ने विश्वास किया और उनकी गिनती 5,000 पुरुषों के लगभग हो गई। दूसरे दिन ऐसा हुआ
कि उनको सरदार और पुर्नियों और शास्त्री और महाजय हन्ना और कैफा और यहूना और सिकंदर और जितने महाजय के घराने के थे सबको यरूशलेम में इकट्ठे हुए और उन्हें बीच में खड़ा करके पूछने लगे कि तुमने यह काम किस सामर्थ से और किस नाम से किया है। तब पतरस ने पवित्र आत्मा से परिपूर्ण होकर उनसे कहा, हे लोगों, हे के सरदारों और पुर्नियों, इस दुर्लभ मनुष्य के साथ जो भलाई की गई है, यदि आज हमसे उसके विषय में पूछताछ की जाती है कि वह क्यों कर अच्छा हुआ, तो तुम सब और मेरे सारे इजराइल लोगों जान ले कि यीशु मसीह नासरी के नाम से जिससे तुमने क्रूस पर चढ़ाया और परमेश्वर ने मरे हुओं में से जिलाया, परंतु तुम्हारे सामने सॉरी मेरा पेज मिस हो गया। एक मिनट पर जी, मेरा पेज बंद हो गया। Okay, take your time. और वो यही पत्थर जिस सॉरी और यही वो पत्थर जिसमें राज ये लोगों के सरदारों और पुर्नियों इस दुर्लभ मनुष्य के साथ जो भलाई की है, यदि आज हम उसमें से एक विषय में से पूछताछ की जाती है कि वह क्यों कर अच्छा हुआ, तो तुम सब और सारे इजराइल लोग जान ले कि यीशु मसीह नासरी के नाम से जिससे तुम क्रूस पर चढ़ाया और परमेश्वर ने मरे हुए से जिलाया, यह मनुष्य तुम्हारे सामने भला चंगा खड़ा है। या वही एक्चुअली सॉरी मेरा टैबलेट बंद हो ही ਜਾਂਦਾ ਬਾਰ-ਬਾਰ। ਤੁਸੀਂ ਕੋਈ ਜਣਾ ਉਹ ਤੋਂ ਅੱਗੇ ਪੜ ਸਕਦੇ ਹੋ ਕਿ ਮੈਂ ਹੀ ਪੜ ਦਿੰਦਾ। ਸੋ ਮੈਂ ਥੈਂਕ ਯੂ ਸਿਸਟਰ ਜੀ। ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਜਿਹੜੀ ਚੀਜ਼ ਦੇਖਦੇ ਪਏ ਆ ਉਹ ਇਹ ਦੇਖਦੇ ਪਏ ਆ ਕਿ ਉਹੀ ਬੰਦੇ, ਉਹੀ ਕਪਤਾਨ ਆ, ਉਹੀ ਸਿਕੰਦਰ ਆ ਜਿਹੜਾ ਕਿ ਬੇਸਿਕਲੀ ਇਹ ਇੱਕ ਉਹਨਾਂ ਦੇ ਵਿੱਚ ਯਹੂਦੀ ਆ ਜਿਹੜਾ ਕਿ ਕ੍ਰਾਸ ਕਲਚਰ ਦੇ ਵਿੱਚੋਂ ਆ ਔਰ ਇਹ ਗ੍ਰੀਕ ਆ, ਗ੍ਰੀਕ ਨਾਂ ਆ ਇਸਦਾ ਔਰ ਹੈ ਵੀ ਇਹ ਗ੍ਰੀਕ। ਇਹ ਬੇਸਿਕਲੀ ਇਹਨਾਂ ਦਾ ਟਰਾਂਸਲੇਟਰ ਸੀਗਾ ਜਿਹੜਾ ਜਾ ਕੇ ਗੱਲ ਕਰਦਾ ਸੀ ਮੰਦਰ ਦੇ ਬਿਹਾਫ ਤੇ, ਵਕੀਲ ਸੀਗਾ ਇੱਕ ਤਰ੍ਹਾਂ ਦਾ ਇਹ। ਸੋ ਇਹ ਸਾਰੇ ਉੱਥੇ ਇਕੱਠੇ ਹੋਏ ਹੋ ਔਰ ਉਹ ਉਸਨੂੰ ਪੁੱਛਦੇ ਪਏ ਆ ਕਿ ਇਹ ਕੰਮ ਤੁਸੀਂ ਜਿਹੜਾ ਕੀਤਾ, ਇਹ ਬੰਦਾ ਜਿਹੜਾ ਠੀਕ ਹੋਇਆ, ਇਹ ਕਿੱਦਾਂ ਕੀਤਾ, ਕਿਸ ਦੇ ਨਾਮ ਤੇ ਕੀਤਾ। ਉਹੀ ਜਿਹੜੀ ਪ੍ਰੋਬਲਮ ਆ, ਉਸੇ ਪ੍ਰੋਬਲਮ ਨੂੰ ਉਹ ਬਾਰ-ਬਾਰ ਖੜੀ ਕਰਦੇ ਪਏ ਆ। ਜਿਸ ਤੇ ਅਸੀਂ ਨੌਵੇਂ ਭਾਵ ਦੇ ਵਿੱਚ ਯਹੂਨਾ ਦੇ ਵਿੱਚ ਸੀ, ਤੇ ਉੱਥੇ ਅੰਨੇ ਨੂੰ ਇਹੋ ਹੀ ਬਾਰ-ਬਾਰ ਉਹ ਪੁੱਛਦੇ ਪਏ ਸੀ, ਤੈਨੂੰ ਕਿਹਨੇ ਠੀਕ ਕੀਤਾ, ਤੈਨੂੰ ਕਿੱਦਾਂ ਠੀਕ ਕੀਤਾ। ਇੱਥੇ ਜਿਸ ਲਈ ਉਹਨਾਂ ਨੂੰ ਕਹਿ ਰਹੇ ਆ ਕਿ ਤੁਸੀਂ ਉੱਥੇ ਉਹ ਯਿਸੂ ਦੇ ਮੁਰਦਿਆਂ ਦੇ ਵਿੱਚੋਂ ਜੀ ਉੱਠਣ ਦਾ ਪ੍ਰਚਾਰ ਕਰ ਰਹੇ ਸੀ। ਸੋ ਅਗਰ ਦੋਨੇ ਪਾਸੇ ਦੇਖੀਏ ਤੇ ਜਿਹੜੀ ਵਿਕਟਰੀ ਆ ਉਹ ਮਸੀਹ ਦੇ ਖੂਨ ਦੇ ਵਿੱਚ ਆ, ਜਿਹੜੀ ਜਿੱਤ ਆ ਉਹ ਮਸੀਹ ਦੇ ਲਹੂ ਦੇ ਵਿੱਚ ਆ। ਸੋ ਇਸ ਕਰਕੇ ਉਹ ਕਹਿ ਰਹੇ ਆ ਕਿ ਇਹ ਉਹ ਮਸੀਹ, ਉਹ ਯਿਸੂ ਜਿਸਨੂੰ ਤੁਸੀਂ ਸਲੀਬ ਤੇ ਚੜਾ ਦਿੱਤਾ, ਉਹ ਉਸ ਕੋਨੇ ਦਾ ਪੱਥਰ ਬਣਿਆ ਜਿਸ ਨੂੰ ਰਾਜਾ ਨੇ ਰੱਦ ਦਿੱਤਾ। ਔਰ ਕੋਨੇ ਦੇ ਪੱਥਰ ਦੀ ਮੈਂ ਤੁਹਾਨੂੰ ਕਈ ਵਾਰ ਐਗਜ਼ਾਮਪਲ ਦੇ ਚੁੱਕਾ ਕਿ ਜਿਹੜਾ ਕੋਨੇ ਦਾ ਪੱਥਰ ਹੁੰਦਾ ਉਹ ਦੋ ਕੰਧਾਂ ਨੂੰ ਆਪਸ ਦੇ ਵਿੱਚ ਮਿਲਾਉਂਦਾ। ਪਰ ਮਸੀਹ ਦਾ ਕੋਨੇ ਦਾ ਪੱਥਰ ਹੋਣ ਦਾ ਮਤਲਬ ਇਹ ਆ ਕਿ ਉਸਨੇ ਸਾਨੂੰ ਔਰ ਸਾਡੇ ਪਰਮੇਸ਼ਰ ਦੇ ਨਾਲ ਜਿਹੜਾ ਉਸਨੇ ਮੇਲ ਕਰਾ ਦਿੱਤਾ, ਉਸ ਦਾ ਅਰਥ ਇਹ ਹੈ। ਸੋ ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਅੱਗੇ ਜਾਂਦੇ ਹਾਂ ਤੇ ਉਹ ਅਗਲੀ ਸਵੇਰੇ ਆ ਕੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਪੁੱਛਦੇ ਆ, ਲੇਕਿਨ ਜਿਹੜੀ ਮੇਨ ਚੀਜ਼ ਉਸਨੇ ਕਹੀ ਆ ਉਹ 12ਵੀਂ ਆਇਤ ਤੇ ਕਿਸੇ ਦੂਜੇ ਦੁਆਰਾ ਮੁਕਤੀ ਨਹੀਂ, ਕਿਉਂਕਿ ਆਕਾਸ਼ ਦੇ ਥੱਲੇ ਮਨੁੱਖਾਂ ਨੂੰ ਕੋਈ ਦੂਜਾ ਨਾਂ ਨਹੀਂ ਦਿੱਤਾ ਗਿਆ, ਇਸ ਲਈ ਜ਼ਰੂਰੀ ਹੈ ਕਿ ਅਸੀਂ ਇਸ ਦੇ ਰਾਹੀਂ ਬਚਾਏ ਜਾਈਏ। ਸਵਰਗ ਤੋਂ ਹੋਰ ਕੋਈ ਨਾਮ ਨਹੀਂ ਆਇਆ ਜਿਹੜਾ ਸਾਨੂੰ ਬਚਾਏਗਾ। स्वर्ग तो कोई ऐसा नहीं आया जिसने वो पर्दा खोल दिता, वो रास्ता खोल दिता।
स्वर्ग तो कोई ऐसा नहीं आया जिसके कारण वो ਜਿਹੜੇ इंतजार कर रहे सी ਉਹਦੇ ਪਹਿਲੀ ਵਾਰੀ ਆਉਣ ਤੇ ਤਾਂ ਉਹ ਘਰ ਚਲੇ ਗਏ। ਯਿਸੂ ਦਾ ਖੂਨ ਡੁੱਲਾ, ਉਸਨੇ ਆਪਣੀ ਜਾਨ ਦਿੱਤੀ, ਕੁਰਬਾਨੀ ਪੂਰੀ ਹੋਈ। उसने क्या पूरा होया, सब कुछ फिनिश हो गया। और जिदा ही उसने क्या पूरा होया और उसने अपने श्वास प्रभु के बाप के हाथों दे विच दित्ती अपनी आत्मा, उदां ही चट्टानां तड़क गईयां, मंदिर दा पर्दा फट गया, उपरों लैके थल्ले तक दरवाजा खुल गया। और उसने जिसले वापस हो गया तो उसने फिर साडे लई दातां कलियां। ਉਹ ਦਾਤਾਂ ਕਿੱਦਾਂ ਦੀਆਂ ਸੀਗੀਆਂ ਉਹ ਅਸੀਂ ਹੁਣ ਦੇਖ ਕੇ ਹਟੇ। ਇੱਕ ਉਦਾਹਰਨ ਦੇਖ ਕੇ ਹਟੇ ਨਵੇਂ ਨਿਯਮ ਦੇ ਵਿੱਚੋਂ। ਔਰ ਜਿਸ ਵੇਲੇ ਇੱਥੇ ਉਹਨਾਂ ਨੇ ਸਾਨੂੰ ਇਹ ਚੀਜ਼ ਦੱਸੀ ਕਿ ਧਰਤੀ ਦੇ ਥੱਲੇ ਹੋਰ ਕੋਈ ਨਾਮ ਨਹੀਂ ਦਿੱਤਾ ਗਿਆ, ਔਰ ਨਾਮ ਸਿਰਫ ਇੱਕੋ ਹੀ ਦਿੱਤਾ ਗਿਆ, ਯਿਸੂ। ਔਰ ਪ੍ਰਭੂ ਨੇ ਦੇਖੋ ਉਹ ਜਿਹੜੀ ਤਾਕਤ ਉਹਦੇ ਅੰਦਰ ਸੀਗੀ, ਜਿਸ ਦੇ ਨਾਲ ਉਹ ਬਾਰ-ਬਾਰ ਕਹਿੰਦਾ ਸੀਗਾ ਕਿ ਮੈਂ ਤੈਨੂੰ ਨਹੀਂ ਛੱਡੂੰਗਾ, ਮੈਂ ਤੇਰੇ ਨਾਲ ਜਾਊਂਗਾ। ਉਹ ਜਿਹੜਾ ਜੋਸ਼ ਜਿਹਾ ਉਹਦੇ ਅੰਦਰੋਂ ਉੱਠਦਾ ਸੀਗਾ, ਪਰ ਉਹਦੇ ਪਿੱਛੇ ਜੋਸ਼ ਤਾਂ ਉੱਠਦਾ ਸੀ ਪਰ ਉਹਦੇ ਪਿੱਛੇ ਤਾਕਤ ਹੈ ਨਹੀਂ ਸੀ। ਸੋ ਉਹੀ ਹੁਣ ਜੋਸ਼ ਪਿੱਛੇ ਪ੍ਰਭੂ ਦੀ ਤਾਕਤ ਆ, ਔਰ ਪ੍ਰਭੂ ਨੇ ਉਸੇ ਨੂੰ ਹੁਣ ਵਰਤਣਾ ਪਿਆ ਆਪਣੇ ਨਾਮ ਨੂੰ ਉੱਚਾ ਕਰਨ ਦੇ ਲਈ। और शरीर की उसारी होनी शुरू हो गई, जिसलिए वो गिफ्ट उसने बरतना शुरू कर दिता। सो जिसलिए असी वापस अपने हिस्से ते आने जिसनों असी देखते पे सीगे, असी अज 11 तो लैके कोई जना इसनों 16 ताईं पढ़दा है। पन्ना 352 अफसियां दा चौथा पाओ। पढ़ते नहीं पास्टर जी। Go ahead, मेरी बाइबल। ਉਸਨੇ ਸਭ ਨੂੰ ਵੱਖ-ਵੱਖ ਦਾਤਾਂ ਦਿੱਤੀਆਂ, ਕੁਝ ਨੂੰ ਰਸੂਲ ਹੋਣ ਦਾ, ਕੁਝ ਨੂੰ ਨਬੀ ਹੋਣ ਦਾ, ਕੁਝ ਨੂੰ ਸੰਦੇਸ਼ ਵਾਹਕ ਹੋਣ ਦਾ, ਕੁਝ ਨੂੰ ਆਪਣੇ ਲੋਕਾਂ ਦੇ ਚਰਵਾਹੇ ਹੋਣ ਦਾ ਅਤੇ ਕੁਝ ਨੂੰ ਸਿੱਖਿਅਕ ਹੋਣ ਦਾ। ਇਹ ਸਭ ਦਾਤਾਂ ਉਸਨੇ ਦਿੱਤੀਆਂ ਕਿ ਉਹ ਸਭ ਪਰਮੇਸ਼ਵਰ ਦੇ ਲੋਕਾਂ ਨੂੰ ਸੇਵਾ ਲਈ ਤਿਆਰ ਕਰਨ, ਜਿਸ ਨਾਲ ਮਸੀਹ ਦੇ ਸਰੀਰ ਦੀ ਉਸਾਰੀ ਹੋਵੇ, ਇੱਥੋਂ ਤੱਕ ਕਿ ਅਸੀਂ ਸਭ ਉਸ ਏਕਤਾ ਨੂੰ ਪ੍ਰਾਪਤ ਕਰੀਏ ਜੋ ਉਸ ਤੇ ਵਿਸ਼ਵਾਸ ਕਰਨ ਅਤੇ ਪਰਮੇਸ਼ਵਰ ਦੇ ਪੁੱਤਰ ਨੂੰ ਜਾਣਨ ਦੁਆਰਾ ਮਿਲਦੀ ਹੈ। ਇਹ ਹੋਣ ਤੇ ਅਸੀਂ ਆਪਣੀ ਪੂਰੀ ਮਨੁੱਖਤਾ ਨੂੰ ਪਹੁੰਚਾਂਗੇ, ਅਰਥਾਤ ਉਸ ਪੂਰਨਤਾ ਨੂੰ ਜੋ ਮਸੀਹ ਤੋਂ ਮਿਲਦੀ ਹੈ। ਫਿਰ ਅਸੀਂ ਬੱਚੇ ਨਹੀਂ ਰਹਾਂਗੇ ਜੋ ਹਰ ਤਰ੍ਹਾਂ ਦੀ ਝੂਠੀ ਸਿੱਖਿਆ, ਮਕਰ ਅਤੇ ਧੋਖੇ ਨਾਲ ਬਣਾਈਆਂ ਮਨੁੱਖੀ ਚਾਲਾਂ ਦੇ ਨਾਲ ਇੱਧਰ ਉੱਧਰ ਭਟਕਦੇ ਹਨ। ਸਗੋਂ ਅਸੀਂ ਆਪਣੇ ਜੀਵਨ ਦਾ ਆਧਾਰ ਸੱਤ ਅਤੇ ਪਿਆਰ ਨੂੰ ਬਣਾਵਾਂਗੇ ਕਿ ਅਸੀਂ ਮਸੀਹ ਦੀ ਸੰਗਤ ਵਿੱਚ ਹੋਰ ਵੱਧਦੇ ਜਾਈਏ। ਉਹੀ ਸਾਡਾ ਸਿਰ ਹੈ, ਉਸੇ ਵਿੱਚ ਸਾਰੇ ਅੰਗਾਂ ਦੀ ਏਕਤਾ ਕਾਇਮ ਰਹਿੰਦੀ ਹੈ, ਉਸੇ ਦੇ ਵਿੱਚ ਰਹਿ ਕੇ ਹਰ ਅੰਗ ਕੰਮ ਕਰਦਾ ਹੈ, ਜਿਸ ਨਾਲ ਸਰੀਰ ਪਿਆਰ ਵਿੱਚ ਵੱਧਦਾ ਤੇ ਉਸਰਦਾ ਜਾਂਦਾ ਹੈ। ਇਹ ਪ੍ਰਭੂ ਦਾ ਜਿਹੜਾ ਸਾਨੂੰ ਅੰਗੀਕਰਨ ਦੇ ਬਾਰੇ ਜਿਹੜਾ ਦੱਸਿਆ ਗਿਆ ਸੀ, ਅਸੀਂ ਜਿਸਲੇ ਪ੍ਰਭੂ ਦੇ ਅੰਗ ਬਣ ਗਏ ਤਾਂ ਉਹ ਪ੍ਰਭੂ ਦਾ ਜਿਹੜਾ ਰਹਿਮ, ਜਿਹੜੀ ਪ੍ਰਭੂ ਦੀ ਤਾਕਤ ਆ, ਉਹ ਵੀ ਸਾਡੇ ਵਿੱਚੋਂ ਫਲੋ ਹੋ ਰਹੀ ਹੈ। ਐਜ਼ ਲੌਂਗ ਐਜ਼ ਉਹ ਪ੍ਰਭੂ ਦੇ ਲਈ ਵਰਤੀ ਜਾ ਰਹੀ ਹੈ, ਆਪਣੇ ਲਈ ਨਹੀਂ, ਪ੍ਰਭੂ ਦੇ ਲਈ ਵਰਤੀ ਜਾ ਰਹੀ ਹੈ। ਔਰ ਜਿਸ ਲਈ ਅਸੀਂ ਉਸ ਨੂੰ ਪ੍ਰਭੂ ਦੇ ਲਈ ਵਰਤਦੇ ਤੁਰੇ ਜਾਂਦੇ ਹਾਂ, ਸਾਡੀਆਂ ਜਿਹੜੀਆਂ ਆਪਣੀਆਂ ਚੀਜ਼ਾਂ ਉਹ ਆਪੇ ਪੂਰੀਆਂ ਹੁੰਦੀਆਂ ਜਾਂਦੀਆਂ, ਕਿਉਂਕਿ ਮੰਦਿਰ ਦੀ ਰਖਵਾਲੀ ਕਰਨਾ ਪ੍ਰਭੂ ਦਾ ਆਪਣਾ ਕੰਮ, ਕਿਸੇ ਹੋਰ ਦਾ ਨਹੀਂ। ਫਿਰ ਮੰਦਿਰ ਟੱਠਾ ਕਿਉਂ? ਕੁਐਸਚਨ ਇਹ ਆਉਂਦਾ। ਉਹ ਅਸੀਂ ਸਾਰੀਆਂ ਚੀਜ਼ਾਂ ਹੁਣ ਦੇਖਾਂਗੇ। ਮੇਰੇ ਨਾਲ ਆਓ 17 ਤੋਂ ਲੈ ਕੇ 24 ਤੱਕ ਜਿਸ ਨੂੰ ਮਿਲ ਜਾਏ ਹੁਣ ਇਸ ਨੂੰ ਪੜ੍ਹ ਦਿਓ। ਔਰ ਹੁਣ ਅਸੀਂ ਦੇਖਾਂਗੇ ਉਸ ਚੀਜ਼ ਨੂੰ ਇਹਦੇ ਵਿੱਚ ਕਿ ਜਿਸ ਵੇਲੇ ਉਸਨੇ ਸਾਨੂੰ ਇਹ ਕਿਹਾ, ਕਿਉਂਕਿ ਹਾਲੇ ਤੱਕ ਮੈਨੂੰ ਪਤਾ ਕਿ ਮੈਂ ਹਾਲੇ ਤੱਕ 14ਵੀਂ ਆਇਤ ਇਸ ਦੀ 14 ਤੋਂ ਲੈ ਕੇ 16 ਤੱਕ ਅਸੀਂ ਖੋਲੀ ਨਹੀਂ, ਉਸੇ ਦੁਆਰਾ ਪਿੱਛੇ ਨੂੰ ਆਵਾਂਗੇ, ਬੈਕ ਆਵਾਂਗੇ, ਜਿਸ ਲਈ ਆਪਾਂ 25 ਤੋਂ ਅੱਗੇ ਜਾਵਾਂਗੇ ਫਿਰ ਪਿੱਛੇ ਨੂੰ ਆਵਾਂਗੇ। ਸੋ ਆਓ 17 ਤੋਂ ਲੈ ਕੇ 24 ਤੱਕ। ਮਸੀਹ ਵਿੱਚ ਨਵਾਂ ਜਨਮ। ਮੈਂ ਤੁਹਾਨੂੰ ਇਹ ਜ਼ਰੂਰੀ ਦੱਸਣਾ ਸਮਝਦਾ ਹਾਂ, ਬਲਕਿ ਮੈਂ ਪ੍ਰਭੂ ਦੇ ਨਾਂ ਦਾ ਵਾਸਤਾ ਪਾ ਕੇ ਕਹਿੰਦਾ ਹਾਂ, ਪਰਾਈਆਂ ਜਾਤਾਂ ਦੇ ਲੋਕਾਂ ਦੀ ਤਰ੍ਹਾਂ ਨਾ ਕਰੋ, ਜਿਨ੍ਹਾਂ ਦੇ ਵਿਚਕਾਰ ਫੋਕੀਆਂ ਗੱਲਾਂ ਤੇ ਆਧਾਰਿਤ ਹਨ।
ਉਹਨਾਂ ਦੇ ਮਨ ਵੀ ਹਨੇਰੇ ਹਨ, ਉਹ ਉਸ ਜੀਵਨ ਤੋਂ ਵੀ ਦੂਰ ਹਨ ਜੋ ਪਰਮੇਸ਼ਵਰ ਦਿੰਦਾ ਹੈ, ਕਿਉਂਕਿ ਉਹ ਬਿਲਕੁਲ ਬੁੱਧੂ ਅਤੇ ਹਠ ਧਰਮੀ ਹਨ। ਉਹਨਾਂ ਨੇ ਹਰ ਤਰ੍ਹਾਂ ਦੀ ਸ਼ਰਮ ਤੋਂ ਹੱਥ ਧੋ ਲਏ ਹਨ। ਉਹਨਾਂ ਨੇ ਹਰ ਤਰ੍ਹਾਂ ਆਪਣੇ ਆਪ ਨੂੰ ਦੁਰਾਚਾਰ ਵਿੱਚ ਫਸਾ ਰੱਖਿਆ ਤੇ ਉਹ ਹਰ ਤਰ੍ਹਾਂ ਦੀ ਬੁਰਾਈ ਬਿਨਾਂ ਰੁਕੇ ਕਰਦੇ ਹਨ। ਪਰ ਤੁਸੀਂ ਮਸੀਹ ਦੇ ਬਾਰੇ ਇਸ ਤਰ੍ਹਾਂ ਨਹੀਂ ਸਿੱਖਿਆ ਹੈ। ਇਸ ਲਈ ਜੇਕਰ ਤੁਸੀਂ ਉਸ ਦੇ ਬਾਰੇ ਸੁਣਿਆ ਅਤੇ ਉਸ ਦੀ ਸਿੱਖਿਆ ਨੂੰ ਸਵੀਕਾਰ ਕੀਤਾ ਹੈ, ਅਰਥਾਤ ਉਸੇ ਸੱਤ ਨੂੰ ਜੋ ਯਿਸੂ ਵਿੱਚ ਹੈ, ਤਾਂ ਫਿਰ ਤੁਹਾਨੂੰ ਆਪਣਾ ਪੁਰਾਣਾ ਜੀਵਨ ਤਿਆਗ ਦੇਣਾ ਚਾਹੀਦਾ ਹੈ, ਅਰਥਾਤ ਆਪਣੀ ਉਹ ਮਨੁੱਖਤਾ ਜੋ ਇਸ ਦੀਆਂ ਕਪਟੀ ਵਾਸ਼ਨਾਵਾਂ ਦੇ ਰਾਹੀਂ ਨਾਸ਼ ਹੋ ਰਹੀ ਹੈ। ਤੁਹਾਡੇ ਮਨ ਅਤੇ ਦਿਲ ਦਾ ਬਿਲਕੁਲ ਨਵਾਂ ਬਣਨਾ ਜ਼ਰੂਰੀ ਹੈ। ਤੁਸੀਂ ਉਸ ਨਵੇਂ ਮਨੁੱਖੀ ਸੁਭਾਅ ਨੂੰ ਪ੍ਰਾਪਤ ਕਰੋ ਜੋ ਪਰਮੇਸ਼ਵਰ ਦੇ ਸਰੂਪ ਤੇ ਧਾਰਮਿਕਤਾ ਅਤੇ ਪਵਿੱਤਰਤਾ ਦੇ ਦੁਆਰਾ ਰਚਿਆ ਗਿਆ ਹੈ। ਕਿਹਾ ਗਿਆ ਹੈ, ਸੋ ਅਸੀਂ ਉਸ ਨੂੰ ਪ੍ਰਾਪਤ ਕਰੀਏ। ਹੁਣ ਅਗਰ ਤਾਂ ਜਿਹੜਾ ਮੰਦਿਰ ਜਿਹੜਾ ਸੀਗਾ, ਪਹਿਲਾਂ ਤੰਬੂ ਜਿਹੜਾ ਬਣਿਆ ਸੀਗਾ, ਤੇ ਉਹ ਵੀ ਤਾਂ ਕੱਪੜੇ ਦਾ ਤੇ ਖੱਲਾਂ ਦਾ ਤੇ ਬਾਕੀ ਦੀਆਂ ਚੀਜ਼ਾਂ ਦਾ ਬਣਿਆ ਸੀ। ਸਭ ਕੁਝ ਮਿੱਟੀ ਚੋਂ ਨਿਕਲਿਆ, ਉਹ ਵੀ ਮਿੱਟੀ ਹੈ। ਇਸੇ ਤਰ੍ਹਾਂ ਜਿਹੜਾ ਆਦਮ ਸੀ, ਉਹ ਵੀ ਮਿੱਟੀ ਸੀਗਾ। ਜੇ ਅਗਲੇ ਮੰਦਿਰ ਦੇ ਵਿੱਚ ਪੱਥਰ ਪੁੱਥਰ ਲੱਗ ਵੀ ਗਏ ਤਾਂ ਉਹ ਵੀ ਮਿੱਟੀ। ਮੰਦਿਰ ਤਾਂ ਤਿੰਨੇ ਮਿੱਟੀ ਦੇ ਬਣੇ। ਸੋ ਅਸੀਂ ਜਿਸ ਵੇਲੇ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਹਾਂ, ਮੇਰੇ ਨਾਲ ਆਓ, ਉਤਪਤ ਦੇ ਵਿੱਚ ਆ ਜਾਓ, ਉਸਦਾ ਤੀਸਰਾ ਚੈਪਟਰ, ਜੈਨੇਸਿਸ ਚੈਪਟਰ 3। ਔਰ ਇੱਥੇ ਅਸੀਂ 2:7 ਦੇ ਵਿੱਚ ਸਾਨੂੰ ਐਕਚੁਅਲੀ ਦੱਸ ਦਿੱਤਾ ਗਿਆ ਹੈਗਾ ਕਿ ਪ੍ਰਭੂ ਨੇ ਇਨਸਾਨ ਦੀ ਰਚਨਾ ਕਿਸ ਤਰ੍ਹਾਂ ਕੀਤੀ। ਅਗਰ ਤੁਸੀਂ ਪੜ੍ਹਨਾ ਮੰਗਦੇ ਆ, ਮੇਰੇ ਨਾਲ ਆ ਜਾਓ, ਪੰਨਾ 3 ਉਤਪਤ, ਉਸ ਦੀ ਅਸੀਂ ਜਿੱਥੇ ਅਦਨ ਦਾ ਬਾਗ ਲਿਖਿਆ ਹੈ ਨਾ, ਉੱਥੋਂ ਸ਼ੁਰੂ ਕਰਕੇ ਤੇ ਅਸੀਂ ਇਸ ਦੀ 17 ਆਇਤ ਤੱਕ ਦੇਖ। ਜਦੋਂ ਪ੍ਰਭੂ ਪਰਮੇਸ਼ਰ ਨੇ ਸ੍ਰਿਸ਼ਟੀ ਰਚੀ ਤਾਂ ਉਸ ਸਮੇਂ ਧਰਤੀ ਉੱਤੇ ਅਜੇ ਕਿਸੇ ਤਰ੍ਹਾਂ ਦਾ ਘਾਹ ਬੂਟ ਨਹੀਂ ਸੀ, ਕਿਉਂਕਿ ਪਰਮੇਸ਼ਰ ਨੇ ਧਰਤੀ ਉੱਤੇ ਅਜੇ ਮੀਂਹ ਨਹੀਂ ਵਰਾਇਆ ਸੀ, ਨਾ ਹੀ ਉੱਥੇ ਧਰਤੀ ਨੂੰ ਵਾਹੁਣ ਵਾਲਾ ਕੋਈ ਆਦਮੀ ਸੀ। ਪਰ ਧਰਤੀ ਦੀ ਹੇਠਲੀ ਤਹਿ ਤੋਂ ਇੱਕ ਪ੍ਰਕਾਰ ਦੀ ਨਮੀ ਪੈਦਾ ਹੁੰਦੀ ਸੀ, ਜਿਸ ਨਾਲ ਸਾਰੀ ਧਰਤੀ ਸਿੰਜੀ ਜਾਂਦੀ ਸੀ। ਪ੍ਰਭੂ ਪਰਮੇਸ਼ਰ ਨੇ ਆਦਮੀ ਨੂੰ ਧਰਤੀ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕ ਦਿੱਤਾ, ਜਿਸ ਨਾਲ ਆਦਮੀ ਜਿਉਂਦਾ ਪ੍ਰਾਣੀ ਬਣ ਗਿਆ। ਪ੍ਰਭੂ ਪਰਮੇਸ਼ਰ ਨੇ ਪੂਰਬ ਦੇ ਪਾਸੇ ਅਦਨ ਵਿੱਚ ਇੱਕ ਬਾਗ ਲਾਇਆ ਅਤੇ ਉਸ ਵਿੱਚ ਆਪਣੇ ਰਚੇ ਆਦਮੀ ਨੂੰ ਰੱਖ ਦਿੱਤਾ। ਉਸ ਨੇ ਹਰ ਤਰ੍ਹਾਂ ਦੇ ਦੇਖਣ ਵਿੱਚ ਸੁੰਦਰ ਰੁੱਖ ਜ਼ਮੀਨ ਤੇ ਉਗਾਏ। ਬਾਗ ਦੇ ਵਿਚਕਾਰ ਪਰਮੇਸ਼ਰ ਨੇ 2 ਰੁੱਖ ਲਾਏ, ਇੱਕ ਜੀਵਨ ਦਾ ਅਤੇ ਦੂਜਾ ਭਲੇ ਅਤੇ ਬੁਰੇ ਦੀ ਪਛਾਣ ਦਾ ਰੁੱਖ। ਇੱਕ ਮਹਾਨਦੀ ਉਸ ਬਾਗ ਨੂੰ ਸਿੰਜਣ ਦੇ ਲਈ ਅਦਨ ਦੇ ਬਾਗ ਵਿੱਚੋਂ ਦੀ ਜਾਂਦੀ ਸੀ, ਜੋ ਅੱਗੇ ਜਾ ਕੇ 4 ਹਿੱਸਿਆਂ ਵਿੱਚ ਵੰਡੀ ਜਾਂਦੀ ਸੀ। ਪਹਿਲੇ ਦਾ ਨਾਂ ਪਿਸੋਨ ਦਰਿਆ ਹੈ, ਜੋ ਹਵੀਲਾ ਨਾਂ ਦੇ ਦੇਸ਼ ਦੇ ਚਾਰੇ ਪਾਸਿਓਂ ਦੀ ਹੋ ਕੇ ਵਗਦਾ ਹੈ। ਹਵੀਲਾ ਵਿੱਚ ਸੋਨਾ ਮਿਲਦਾ ਹੈ, ਉੱਥੋਂ ਦਾ ਸੋਨਾ ਸ਼ੁੱਧ ਹੁੰਦਾ ਅਤੇ ਉੱਥੇ ਮੋਤੀ ਅਤੇ ਸੁਲੇਮਾਨੀ ਪੱਥਰ ਵੀ ਮਿਲਦੇ ਹਨ। ਦੂਜੇ ਦਰਿਆ ਦਾ ਨਾਂ ਗੀਹੋਨ ਹੈ, ਜੋ ਰੂਪੇ ਦੇ ਚਾਰੇ ਪਾਸਿਓਂ ਦੀ ਹੋ ਕੇ ਵਗਦਾ ਹੈ। ਤੀਜੇ ਦਾ ਨਾਂ ਦਜਲਾ ਹੈ, ਜੋ ਅਸੂਰ ਦੇ ਦੇਸ਼ ਦੇ ਪੂਰਬੀ ਪਾਸੇ ਤੋਂ ਹੋ ਕੇ ਜਾਂਦਾ ਹੈ, ਅਤੇ ਚੌਥੇ ਦਰਿਆ ਦਾ ਨਾਂ ਫਰਾਤ ਹੈ। ਪ੍ਰਭੂ ਪਰਮੇਸ਼ਰ ਨੇ ਆਦਮੀ ਨੂੰ ਲੈ ਕੇ ਅਦਨ ਦੇ ਬਾਗ ਵਿੱਚ ਰੱਖ ਦਿੱਤਾ ਕਿ ਉਹ ਉਸ ਦੀ ਬਾਗਬਾਨੀ ਅਤੇ ਰਾਖੀ ਕਰੇ। ਪਰਮੇਸ਼ਰ ਨੇ ਉਸ ਨੂੰ ਇਹ ਆਗਿਆ ਦਿੱਤੀ, ਤੂੰ ਬਾਗ ਦੇ ਹਰ ਰੁੱਖ ਦਾ ਫਲ ਖਾ ਸਕਦਾ ਹੈ, ਪਰ ਭਲੇ ਅਤੇ ਬੁਰੇ ਦੀ ਪਛਾਣ ਵਾਲੇ ਰੁੱਖ ਦਾ ਫਲ ਤੂੰ ਨਾ ਖਾਈਂ, ਕਿਉਂਕਿ ਜਿਸ ਦਿਨ ਤੂੰ ਉਸ ਰੁੱਖ ਦਾ ਫਲ ਖਾਏਗਾ, ਉਸ ਦਿਨ ਜ਼ਰੂਰ ਤੂੰ ਮਰ ਜਾਵੇਂਗਾ। ਬਸ ਇੱਥੇ ਤਾਂ ਠੀਕ ਹੈ ਭੈਣ ਮੇਰੀ। ਦੇਖੋ ਕਿੰਨੀਆਂ ਸਿੰਪਲ ਪ੍ਰਭੂ ਨੇ ਇੱਥੇ ਸਾਨੂੰ ਸਿੰਪਲ ਤਰੀਕੇ ਦੇ ਨਾਲ ਸਾਨੂੰ ਇੱਕ ਚੀਜ਼ ਦਿਖਾਈ। ਪ੍ਰਭੂ ਨੇ ਇਨਸਾਨ ਨੂੰ ਮਿੱਟੀ ਤੋਂ ਬਣਾਇਆ, ਉਸ ਲਈ ਜਿਉਂਦਾ ਨਹੀਂ ਸੀ, ਉਸ ਦੇ ਵਿੱਚ ਉਸਨੇ ਆਪਣਾ ਸਾਹ ਫੂਕਿਆ, ਉਹ ਇੱਕ ਜਿਉਂਦਾ ਪ੍ਰਾਣੀ ਬਣ ਗਿਆ। ਹੁਣ ਉਸਦੇ ਕੋਲ ਪਹਿਲਾਂ ਉਹ ਸਿਰਫ ਮਿੱਟੀ ਦੀ ਲੁੱਲ ਵਾ, ਹੁਣ ਉਹਦੇ ਕੋਲ ਮਨ ਵੀ ਆਪਣਾ, ਜਿਹਦੇ ਨਾਲ ਉਹ ਸੋਚ ਸਕਦਾ, ਔਰ ਉਹਦੇ ਨਾਲ ਪ੍ਰਭੂ ਦਾ ਆਤਮਾ ਵੀ ਹੈ, ਕਿਉਂਕਿ ਜਿਹੜਾ ਪ੍ਰਭੂ ਦਾ ਸਾਹ ਆ, ਇਸ ਨੂੰ ਰੂਹ ਕਿਹਾ ਜਾਂਦਾ। ਪ੍ਰਭੂ ਦਾ ਆਤਮਾ ਜਿਹੜਾ ਨਾ, ਇਹ ਉਸਦਾ ਸਾਹ ਆ। ਉਸਨੇ ਉਹ ਸਾਹ ਉਹਦੇ ਵਿੱਚ ਫੂਕਿਆ, ਔਰ ਜਿਸ ਲਈ ਪ੍ਰਭੂ ਨੇ ਉਹ ਸਾਹ ਫੂਕਿਆ, ਉਹ ਜਿਉਂਦਾ ਪ੍ਰਾਣੀ ਬਣ ਗਿਆ। ਪ੍ਰਭੂ ਨੇ ਉਸਦੇ ਲਈ ਸਭ ਕੁਝ ਲਾਇਆ ਜਿੰਨਾ ਉਸਨੂੰ ਚਾਹੀਦਾ ਸੀ,
ਔਰ ਉਸਨੇ ਉੱਥੇ ਅਦਨ ਦੇ ਬਾਗ ਦੇ ਵਿੱਚ ਉਸਨੇ ਕਿਹਾ ਕਿ ਤੂੰ ਹੁਣ ਇਹ ਸਭ ਕੁਝ ਤੇਰਾ, ਪਰ ਆ ਜਿਹੜਾ ਇੱਕ ਦਰਖਤ ਆ ਇਹਦਾ ਫਲ ਨਾ ਖਾ। ਜੀਵਨ ਦੇ ਰੁੱਖ ਤੋਂ ਉਹਨੂੰ ਖਾਣ ਦੇ ਲਈ ਮਨਾ ਨਹੀਂ ਸੀ ਕੀਤਾ, ਉਹ ਖਾ ਸਕਦਾ ਸੀ, ਪਰ ਪ੍ਰਭੂ ਨੇ ਕਿਹਾ ਕਿ ਆ ਇੱਕ ਰੁੱਖ ਤੂੰ ਇਸ ਦਾ ਫਲ ਨਾ ਖਾ, ਜਿਸ ਦਿਨ ਤੂੰ ਖਾਏਗਾ ਤੂੰ ਮਰ ਜਾਏਗਾ। ਸੋ ਇੱਥੇ ਅਗਰ ਧਿਆਨ ਦੇ ਨਾਲ ਦੇਖੀਏ ਤਾਂ ਹੁਕਮ ਜਿਹੜਾ ਆ ਉਹ ਹਵਾ ਨੂੰ ਨਹੀਂ ਮਿਲਿਆ, ਉਹ ਆਦਮ ਨੂੰ ਮਿਲਿਆ। ਉਹਦੀ ਰਿਸਪੌਂਸਿਬਿਲਿਟੀ ਆ ਕਿ ਜੋ ਵੀ ਉਹਨੂੰ ਉਹ ਤੇ ਉਹਦੀ ਜਿਹੜੀ ਅੱਗੇ ਆਉਣ ਵਾਲਾ ਜੋ ਵੀ ਪ੍ਰਭੂ ਨੇ ਉਸਦੇ ਲਈ ਰੱਖਿਆ ਆ, ਉਹ ਇਹ ਚੀਜ਼ ਦੱਸੇ ਕਿ ਇਹ ਨਹੀਂ ਅਸੀਂ ਖਾ ਸਕਦੇ, ਬਾਕੀ ਅਸੀਂ ਕੁਛ ਨਹੀਂ ਖਾਏ। ਇੱਕ ਇਹ ਪ੍ਰਭੂ ਇਹ ਕਰਾਂਗੇ ਤੇ ਪ੍ਰਭੂ ਦੀ ਹੁਕਮ ਅਦੋਲੀ, ਅਸੀਂ ਉਸਦਾ ਹੁਕਮ ਤੋੜਾਂਗੇ। ਠੀਕ। ਔਰ ਜਿਸ ਵੇਲੇ ਅਸੀਂ ਤੀਸਰੇ ਚੈਪਟਰ ਦੇ ਵਿੱਚ ਦੇਖਦੇ ਪਏ ਹਾਂ, ਔਰ ਅਸੀਂ ਕਈ ਵਾਰੀ ਪੜ੍ਹ ਚੁੱਕੇ ਹਾਂ ਕਿ ਉਹ ਸੱਪ ਔਰ ਜਿਹੜਾ ਸੀਗਾ ਔਰ ਜਿਹੜੀ ਔਰਤ ਨੂੰ ਉਸਨੇ ਕਿਹਾ ਕਿ ਨਹੀਂ ਤੁਸੀਂ ਨਹੀਂ ਮਰੋਗੇ, ਪਰ ਤੁਸੀਂ ਜਿਸ ਦਿਨ ਤੁਸੀਂ ਇਸ ਨੂੰ ਖਾਓਗੇ ਤੁਸੀਂ ਪਰਮੇਸ਼ਰ ਦੇ ਵਾਂਗ ਹੋ ਜਾਓਗੇ, ਯਾਨੀ ਕਿ ਤੁਸੀਂ ਪਰਮੇਸ਼ਰ ਦੇ ਬਰਾਬਰ ਬਣ ਜਾਓ। ਸੋ ਗੱਲ ਫਲ ਖਾਣ ਦੀ ਨਹੀਂ ਸੀ, ਗੱਲ ਸੀਗੀ ਕਿ ਅਸੀਂ ਪਰਮੇਸ਼ਰ ਦੇ ਬਰਾਬਰ ਹੋ ਜਾਈਏ। ਔਰ ਇਹ ਕਰਨ ਤੋਂ ਬਾਅਦ ਉਹਨਾਂ ਦੇ ਅੰਦਰ ਇੱਕ ਚੀਜ਼ ਆਉਣੀ ਸੀ, ਉਸ ਨੂੰ ਕਹਿੰਦੇ ਆ ਮੈਂ। ਜਿਸ ਲਈ ਪ੍ਰਭੂ ਨੇ ਆਪਣਾ ਨਾਮ ਦੱਸਿਆ ਸੀ ਤਾਂ ਉਸਨੇ ਕਿਹਾ ਸੀ ਮੈਂ ਹਾਂ ਜੋ ਮੈਂ ਹਾਂ। ਔਰ ਅੱਜ ਕੱਲ ਤੁਸੀਂ ਦੇਖੋਗੇ ਹਰ ਕੋਈ ਇਹ ਕਹਿਣਾ ਮੰਗਦਾ ਵੀ ਮੈਂ ਵੀ ਕੁਛ, ਉਸੇ ਮੈਂ, ਮੇਰੀ ਸੋਚ ਠੀਕ ਆ ਔਰ ਮੈਂ ਪਰਮੇਸ਼ਰ ਦੇ ਬਰਾਬਰ ਹੋ ਜਾਣਾ। ਦੌੜ ਇੰਨੀ ਸੀ, ਇਹ ਜਿਹੜੀ ਦੌੜ ਦੇ ਰਾਹੀਂ ਉਹਨਾਂ ਨੇ ਇਹ ਸਭ ਕੁਝ ਆਪਣਾ ਵੇਚ ਦਿੱਤਾ ਕਿ ਜੇ ਅਸੀਂ ਉਸ ਦੇ ਬਰਾਬਰ ਹੋ ਗਏ ਤਾਂ ਅਸੀਂ ਏਦਾਂ ਦੀਆਂ ਕਈ ਧਰਤੀਆਂ ਬਣਾ ਸਕਦੇ। ਲੇਕਿਨ ਜਾਂ ਗਾਂ ਜਾ ਕੇ ਜਿਸ ਲਈ ਆਏ ਤੇ ਪ੍ਰਭੂ ਨੂੰ ਪਤਾ ਉਹਨਾਂ ਨੇ ਕੀ ਕੀਤਾ, ਪ੍ਰਭੂ ਪਰਮੇਸ਼ਰ ਨੂੰ ਬਿਲਕੁਲ ਪਤਾ ਕੀ ਹੋ ਰਿਹਾ, ਉਹਨਾਂ ਨੇ ਕੀ ਕੀਤਾ ਹੈ। ਲੇਕਿਨ ਸਾਂਝ ਦੇ ਵੇਲੇ ਪ੍ਰਭੂ ਦੀ ਹਜ਼ੂਰੀ ਉੱਥੇ ਆਈ, ਜਿਸ ਦਾ ਆਨੰਦ ਉਹ ਹਮੇਸ਼ਾ ਮਾਣਦੇ ਸੀ, ਜਿਸ ਦੇ ਲਈ ਉਹਨਾਂ ਦਾ ਦਿਲ ਹਮੇਸ਼ਾ ਤਿਆਰ ਰਹਿੰਦਾ ਸੀ ਕਿ ਪ੍ਰਭੂ ਜੀ ਉਹਦੇ ਪੈਰ ਦੀ ਆਵਾਜ਼ ਸੁਣ ਕੇ ਉਹਦੇ ਵੱਲ ਨੂੰ ਦੌੜਦੇ ਹੋਣ। ਲੇਕਿਨ ਜਿੱਦਾਂ ਹੀ ਹੁਣ ਉਸਦੇ ਚੱਲਣ ਦੀ ਉਹਨਾਂ ਨੇ ਆਵਾਜ਼ ਸੁਣੀ ਤੇ ਉਹ ਛੁਪ ਗਏ। ਨਾ ਪ੍ਰਭੂ ਨੂੰ ਪਤਾ ਕਿੱਥੇ ਛੁਪੇ ਹੋ, ਲੇਕਿਨ ਪ੍ਰਭੂ ਨੇ ਫਿਰ ਵੀ ਕਿਹਾ। ਹੁਣ ਦੇਖੋ ਪ੍ਰਭੂ ਨੇ ਉਹਨਾਂ ਨੂੰ ਕਿੰਨੇ ਮੌਕੇ ਦਿੱਤੇ। ਮੇਰੇ ਨਾਲ 8ਵੀਂ ਆਇਤ ਚ ਆ ਜਾਓ, ਤੀਸਰਾ ਭਾਗ। ਸਾਂਝ ਦੇ ਵੇਲੇ ਉਹਨਾਂ ਦੋਹਾਂ ਆਦਮੀ ਅਤੇ ਔਰਤ ਉੱਤੇ ਪਰਮੇਸ਼ਰ ਦੇ ਬਾਗ ਦੇ ਚੱਲਣ ਵਿੱਚ ਆਵਾਜ਼ ਸੁਣੀ। ਤਦ ਉਹਨਾਂ ਨੇ ਆਪਣੇ ਆਪ ਨੂੰ ਬਾਗ ਦੇ ਰੁੱਖਾਂ ਵਿੱਚ ਪਰਮੇਸ਼ਰ ਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਭੂ ਪਰਮੇਸ਼ਰ ਨੇ ਆਦਮੀ ਨੂੰ ਆਵਾਜ਼ ਦੇ ਕੇ ਪੁੱਛਿਆ ਤੂੰ ਕਿੱਥੇ ਹੈ? ਆਦਮੀ ਨੇ ਉੱਤਰ ਦਿੱਤਾ ਮੈਂ ਬਾਗ ਦੇ ਵਿੱਚ ਤੇਰੇ ਚੱਲਣ ਦੀ ਆਵਾਜ਼ ਸੁਣ ਕੇ ਡਰ ਗਿਆ ਸਾਂ, ਕਿਉਂਕਿ ਮੈਂ ਨੰਗਾ ਹਾਂ, ਇਸ ਲਈ ਮੈਂ ਆਪਣੇ ਆਪ ਨੂੰ ਲੁਕੋਇਆ। ਪ੍ਰਭੂ ਨੇ ਆਦਮੀ ਨੂੰ ਕਿਹਾ ਤੈਨੂੰ ਕਿਸ ਨੇ ਦੱਸਿਆ ਕਿ ਤੂੰ ਨੰਗਾ ਹੈ? ਕੀ ਕਦੇ ਤੂੰ ਫਲ ਤਾਂ ਨਹੀਂ ਖਾ ਲਿਆ ਜਿਸ ਦੇ ਨਾਮ ਖਾਣ ਦੀ ਮੈਂ ਤੈਨੂੰ ਆਗਿਆ ਦਿੱਤੀ ਸੀ? All he has to say yes. Responsibility ਸਾਰੀ ਦੀ ਸਾਰੀ ਆਦਮ ਦੀ ਹੈ। ਸਿਰਫ ਇੱਕੋ ਚੀਜ਼ ਉਹਨੂੰ ਕਹਿਣ ਦੀ ਲੋੜ ਹੈ, yes and I'm sorry I did it। ਮੈਂ ਕੀਤਾ, ਲੇਕਿਨ ਉਹਨੇ ਕੀ ਅੱਗੇ ਕਿਹਾ? ਆਦਮੀ ਨੇ ਪ੍ਰਭੂ ਨੂੰ ਉੱਤਰ ਦਿੱਤਾ ਉਸ ਔਰਤ ਨੇ। ਅੱਛਾ ਹੁਣ ਤੁਸੀਂ ਅਗਰ ਥੋੜਾ ਜਿਹਾ ਪਿੱਛੇ ਚਲ ਜਾਓ ਦੂਜੇ ਭਾਵ ਦੀ 23ਵੀਂ ਆਇਤ ਚ ਜਦੋਂ ਉਹ ਔਰਤ ਉਹਨੂੰ ਮਿਲੀ ਹੈ ਤੇ ਦੇਖੋ ਕਿਦਾਂ ਦੇ ਗਾਣੇ ਗਾਉਂਦਾ, ਇੱਥੇ ਲਵ ਸੌਂਗ ਗਾਉਂਦਾ। ਇਹ ਮੇਰੀ ਆਪਣੀ ਹੱਡੀ ਹੈ, ਇਹ ਮੇਰਾ ਆਪਣਾ ਮਾਸ ਹੈ, ਇਹ ਨਰ ਦੇ ਵਿੱਚੋਂ ਨਿਕਲੀ ਹੈ, ਇਹ ਨਾਰੀ ਅਖਵਾਈ। ਸਿਰਫ ਪਾਸਾ ਬਦਲਣ ਦੀ ਹੁਣ ਗੱਲ ਹੋਈ ਹੈ ਤੇ ਦੇਖੋ ਕੀ ਕਹਿ ਰਿਹਾ।
आदमी ने प्रभु ਨੂੰ ਉੱਤਰ ਦਿੱਤਾ, ਇਹ ਔਰਤ ਨੇ ਜਿਸਨੂੰ ਤੂੰ ਮੈਨੂੰ ਦਿੱਤਾ ਹੈ ਉਸ ਰੁੱਖ ਦਾ ਫਲ ਖਾਣ ਨੂੰ ਦਿੱਤਾ ਅਤੇ ਮੈਂ ਖਾ। ਪ੍ਰਭੂ ਨੇ ਔਰਤ ਨੂੰ ਕਿਹਾ, ਤੂੰ ਇਹ ਕੀ ਕੀਤਾ? ਔਰਤ ਨੇ ਪ੍ਰਭੂ ਨੂੰ ਉੱਤਰ ਦਿੱਤਾ, ਸੱਪ ਨੇ ਮੈਨੂੰ ਕਿਹਾ ਮੈਂ ਖਾਧਾ, ਉਹ ਵੀ ਤੂੰ ਹੀ ਬਣਾਇਆ, ਸੋ ਕਸੂਰ ਤੇ। ਉਸ ਤੋਂ ਬਾਅਦ ਅਸੀਂ ਸਰਾਫ ਦੇਖਦੇ ਪਏ ਹਾਂ, ਲੇਕਿਨ ਅੱਗੇ ਜਾ ਕੇ ਅਸੀਂ ਇੱਕ ਚੀਜ਼ ਜਿਹੜੀ ਦੇਖਦੇ ਹਾਂ ਉਹ ਬਹੁਤ ਅਮੇਜ਼ਿੰਗ। ਤੇ 22ਵੀਂ ਆਇਤ ਚ ਜੋ ਤੀਸਰਾ ਭਾਵ 22ਵੀਂ ਆਇਤ, ਪ੍ਰਭੂ ਪਰਮੇਸ਼ਰ ਨੇ ਕਿਹਾ, ਹੁਣ ਆਦਮੀ ਸਾਡੇ ਵਰਗਾ ਹੋ ਗਿਆ ਹੈ, ਉਹ ਭਲੇ ਅਤੇ ਬੁਰੇ ਦਾ ਗਿਆਨ ਰੱਖਦਾ ਹੈ ਅਤੇ ਹੋ ਸਕਦਾ ਹੈ ਉਹ ਹੱਥ ਵਧਾ ਕੇ ਜੀਵਨ ਦੇ ਰੁੱਖ ਦਾ ਫਲ ਤੋੜ ਕੇ ਖਾ ਲਵੇ ਅਤੇ ਹਮੇਸ਼ਾ ਤੱਕ ਜੀਵੇ। ਸੋ ਪ੍ਰਭੂ ਪਰਮੇਸ਼ਰ ਨੇ ਆਦਮੀ ਨੂੰ ਅਦਨ ਦੇ ਬਾਗ ਦੇ ਵਿੱਚੋਂ ਕੱਢ ਕੇ ਮਿੱਟੀ ਵਾਹੁਣ ਦੇ ਲਈ ਘੱਲ ਦਿੱਤਾ, ਜਿਸ ਦੇ ਵਿੱਚੋਂ ਉਹ ਕੱਢਿਆ ਗਿਆ ਸੀ। ਪ੍ਰਭੂ ਨੇ ਆਦਮੀ ਨੂੰ ਬਾਹਰ ਕੱਢਣ ਦੇ ਪਿੱਛੋਂ ਬਾਗ ਦੇ ਪੂਰਬੀ ਪਾਸੇ ਦੂਤਾਂ ਦਾ ਅਤੇ ਉਸਦੇ ਚਾਰੇ ਪਾਸੇ ਨੰਗੀ ਤਲਵਾਰ ਦਾ ਪਹਿਰਾ ਲਾ ਦਿੱਤਾ ਅਤੇ ਉਹ ਜੀਵਨ ਦੇ ਰੁੱਖ ਦੀ ਰਾਖੀ ਕਰਦਾ ਦਰਵਾਜ਼ਾ। ਹੁਣ ਜਿਸ ਲਈ ਅਸੀਂ ਕੂਚ ਦੇ ਵਿੱਚ, ਤਾਂ ਪ੍ਰਭੂ ਨੇ ਉਹਨਾਂ ਨੂੰ ਲੋਕਾਂ ਨੂੰ ਬਾਹਰ ਕੱਢ ਕੇ ਲੈ ਕੇ ਆਇਆ ਔਰ ਉਹਨਾਂ ਨੂੰ ਕਿਹਾ ਕਿ ਤੁਸੀਂ ਹੁਣ ਇੱਕ ਤੰਬੂ ਬਣਾਓ ਜਿਸ ਦੇ ਵਿੱਚ ਆ ਕੇ ਮੈਂ ਮਿਲਿਆ ਕਰੂੰਗਾ। ਸੋ ਅਸੀਂ ਪਹਿਲਾਂ ਇਹ ਦੇਖਿਆ ਕਿ ਪ੍ਰਭੂ ਨੇ ਆਪਣਾ ਸਾਹ ਉਸਦੇ ਉੱਤੇ ਫੂਕਿਆ ਤੇ ਉਸਨੂੰ ਜਿਉਂਦਾ ਬਣਾਇਆ। ਉਸਨੇ ਗੁਨਾਹ ਕੀਤਾ, ਦਰਵਾਜ਼ਾ ਬੰਦ ਹੋ ਗਿਆ। ਉਹ ਜਿਉਂਦਾ ਤਾਂ ਹੈਗਾ, ਲੇਕਿਨ ਉਹ ਜੀਵਨ ਹੁਣ ਉਹਦੇ ਕੋਲ ਹੈ ਨਹੀਂ ਜਿਹੜਾ ਸੀਗਾ। ਇਹ ਜੀਵਨ ਜਿਹੜਾ ਹੁਣ ਉਹਦੇ ਕੋਲ ਹੈ ਮਰਨ ਤੋਂ ਵੀ। ਜਿਸ ਲਈ ਅਸੀਂ ਹੁਣ ਕੂਚ ਦੇ ਵਿੱਚ ਆਉਂਦੇ ਹਾਂ, ਉਸਦਾ 40ਵਾਂ ਭਾਗ ਦੇਖਦੇ ਤਾਂ ਪ੍ਰਭੂ ਨੇ ਉਹਨਾਂ ਨੂੰ ਸਾਰਾ ਕੁਛ ਦੱਸਿਆ, ਸਾਰਾ ਕੁਝ ਦੱਸ ਕੇ ਉਹਨਾਂ ਨੂੰ ਦੱਸਿਆ ਕਿ ਇਹ ਸਾਰਾ ਕੁਝ ਤੁਸੀਂ ਕਿੱਦਾਂ ਬਣਾਉਣਾ, ਜਿਹੜਾ ਟੈਬਰਨੈਕਲ ਉਹ ਕਿੱਦਾਂ ਦਾ ਹੋਣਾ ਚਾਹੀਦਾ, ਕਿੰਨੇ ਸਾਰੀਆਂ ਚੀਜ਼ਾਂ ਦੱਸੀਆਂ। ਅਗਰ ਅਸੀਂ ਚੈਪਟਰ 30 ਤੋਂ 40 ਤੱਕ ਦੇਖਦੇ ਹਾਂ ਤਾਂ ਉਹ ਸਾਰੀਆਂ ਚੀਜ਼ਾਂ ਅਸੀਂ ਦੇਖਦੇ ਹਾਂ। ਲੇਕਿਨ ਆਓ ਅਸੀਂ 40ਵਾਂ ਭਾਗ ਉਸਦੀ 1 ਤੋਂ ਲੈ ਕੇ 33 ਆਇਤ ਤੱਕ ਜਿਸ ਨੂੰ ਮਿਲ ਜਾਏ ਉਹ ਪੜ੍ਹਨਾ। Exodus chapter 40, 1 to 33। मैं पढ़ते हैं पास्टर जी। ਉਹ ਹੈ ਮੇਰਾ ਵੀਰ। सफा आएगा ਪੁਰਾਣੇ ਨੇਮ ਦਾ 138। ਪਵਿੱਤਰ ਤੰਬੂ ਦਾ ਖੜੇ ਕੀਤਾ ਜਾਣਾ। ਪ੍ਰਭੂ ਨੇ ਮੂਸਾ ਨੂੰ ਕਿਹਾ, ਪਹਿਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਤੂੰ ਇਸ ਸੰਗਤ ਦੇ ਤੰਬੂ ਨੂੰ ਖੜਾ ਕਰ। ਇਸ ਦੇ ਅੰਦਰ ਨੇਮ ਦਾ ਸੰਦੂਕ ਰੱਖ ਕੇ ਉਸ ਦੇ ਅੱਗੇ ਪਰਦਾ ਲਾ ਦੇ। ਇਸ ਪਰਦੇ ਦੇ ਅੰਦਰ ਮੇਜ਼ ਰੱਖ ਕੇ ਉਸ ਉੱਤੇ ਸਭ ਚੀਜ਼ਾਂ ਸਵਾਰ ਕੇ ਰੱਖ। ਸ਼ਮਾਦਾਨ ਨੂੰ ਵੀ ਅੰਦਰ ਰੱਖ ਕੇ ਉਸ ਦੇ ਦੀਵੇ ਬਾਲ। ਫਿਰ ਤੂੰ ਸੋਨੇ ਦੀ ਵੇਦੀ ਨੇਮ ਦੇ ਸੰਦੂਕ ਅੱਗੇ ਰੱਖ ਅਤੇ ਤੰਬੂ ਦੇ ਬੂਹੇ ਉੱਤੇ ਪਰਦਾ ਲਾ ਦੇ। ਹੋਮ ਦੀ ਭੇਂਟ ਦੀ ਵੇਦੀ ਨੂੰ ਤੰਬੂ ਦੇ ਬੂਹੇ ਅੱਗੇ ਰੱਖ। ਇੱਥੇ ਪਰ ਧੋਣ ਵਾਲਾ ਭਾਂਡਾ ਤੂੰ ਵੇਦੀ ਅਤੇ ਤੰਬੂ ਦੇ ਵਿਚਕਾਰ ਰੱਖ ਕੇ ਉਸ ਵਿੱਚ ਪਾਣੀ ਭਰ ਦੇਵੀਂ। ਫਿਰ ਤੂੰ ਤੰਬੂ ਦੇ ਘੇਰੇ ਨੂੰ ਖੜਾ ਕਰਕੇ ਉਸ ਬੂਹੇ ਉੱਤੇ ਵੀ ਪਰਦਾ ਲਟਕਾ ਦੇਵੀਂ। ਫਿਰ ਤੂੰ ਪਵਿੱਤਰ ਤੇਲ ਨਾਲ ਤੰਬੂ ਅਤੇ ਇਸੇ ਦੇ ਸਾਰੇ ਸਮਾਨ ਤੇ ਮਲ ਕੇ ਇਸ ਦਾ ਅਭਿਸ਼ੇਕ ਕਰੀ, ਤਾਂ ਉਹ ਪਵਿੱਤਰ ਹੋਵੇਗਾ। ਇਸੇ ਤਰ੍ਹਾਂ ਤੂੰ ਹੋਮ ਦੀ ਵੇਦੀ ਅਤੇ ਉਸ ਦੇ ਸਮਾਨ, ਧੋਣ ਵਾਲੇ ਭਾਂਡੇ, ਉਸ ਦੀ ਚੌਂਕੀ ਤੇ ਵੀ ਪਵਿੱਤਰ ਤੇਲ ਮਲ ਕੇ ਉਹਨਾਂ ਦਾ ਅਭਿਸ਼ੇਕ ਕਰੀ, ਤਾਂ ਉਹ ਪਵਿੱਤਰ ਹੋ ਜਾਣਗੇ। ਫਿਰ ਤੂੰ ਹरून ਅਤੇ ਉਸ ਦੇ ਪੁੱਤਰਾਂ ਨੂੰ ਤੰਬੂ ਦੇ ਬੂਹੇ ਅੱਗੇ ਲਿਆ ਕੇ ਨਹਾਈ। ਇਸ ਦੇ ਪਿੱਛੋਂ ਹरून ਨੂੰ ਪਵਿੱਤਰ ਕੱਪੜੇ ਪਵਾ ਕੇ ਉਸ ਦਾ ਅਭਿਸ਼ੇਕ ਕਰਕੇ ਉਸ ਨੂੰ ਅਰਪਣ ਕਰੀ ਕਿ ਉਹ ਮੇਰੀ ਪ੍ਰੋਹਤਾਈ ਦੀ ਸੇਵਾ ਕਰੇ। ਤੂੰ ਹरून ਦੇ ਪੁੱਤਰਾਂ ਨੂੰ ਵੀ ਲਿਆ ਕੇ ਉਹਨਾਂ ਦੇ ਚੋਗੇ ਪਵਾ ਕੇ ਉਹਨਾਂ ਦਾ
ਉਹਨਾਂ ਦੇ ਪਿਤਾ ਦੀ ਤਰ੍ਹਾਂ ਅਭਿਸ਼ੇਕ ਕਰੀ, ਉਹਨਾਂ ਨੂੰ ਅਰਪਿਤ ਕਰੀ ਕਿ ਉਹ ਵੀ ਮੇਰੀ ਪ੍ਰੋਹਤਾਈ ਦੀ ਸੇਵਾ ਕਰਨ। ਉਹਨਾਂ ਦਾ ਅਭਿਸ਼ੇਕ ਪੀੜ੍ਹੀਓ ਪੀੜ੍ਹੀ ਉਹਨਾਂ ਨੂੰ ਪ੍ਰੋਹਤਾਈ ਦੀ ਸੇਵਾ ਦਾ ਹੱਕ ਦੇਵੇਗਾ। ਸੋ ਮੂਸਾ ਨੇ ਠੀਕ ਪ੍ਰਭੂ ਦੇ ਦੱਸੇ ਅਨੁਸਾਰ ਇਹ ਸਭ ਕੁਝ ਕੀਤਾ। ਉਸਨੇ ਦੂਜੇ ਸਾਲ ਦੇ ਪਹਿਲੇ ਮਹੀਨੇ ਦੀ ਪਹਿਲੀ ਤਰੀਕ ਵਾਲੇ ਦਿਨ ਸੰਗਤ ਦਾ ਤੰਬੂ ਖੜਾ ਕਰ ਦਿੱਤਾ। ਉਸਨੇ ਤੰਬੂ ਦੇ ਪਾਏਦਾਨ, ਚੌਖਟੇ, ਸੇਰੂ ਅਤੇ ਥੰਮੀਆਂ ਖੜੀਆਂ ਕੀਤੀਆਂ। ਉਸ ਪ੍ਰਭੂ ਦੀ ਆਗਿਆ ਅਨੁਸਾਰ ਤੰਬੂ ਦੇ ਉਤਲਾ ਪਰਦਾ ਅਤੇ ਪਰਦੇ ਦੇ ਵੀ ਉਤਲਾ ਪਰਦਾ ਲਾ ਦਿੱਤਾ। ਤਦ ਉਸਨੇ ਨੇਮ ਦੀਆਂ ਪੱਟੀਆਂ ਸੰਦੂਕ ਵਿੱਚ ਰੱਖ ਦਿੱਤੀਆਂ ਅਤੇ ਸੰਦੂਕ ਦੀਆਂ ਚੋਬਾਂ ਉਸ ਦੇ ਕੜਿਆਂ ਵਿੱਚ ਪਾ ਦਿੱਤੀਆਂ। ਉਸ ਉੱਤੇ ਢੱਕਣ ਦੇ ਦਿੱਤਾ। ਫਿਰ ਉਸ ਨੇਮ ਦੇ ਸੰਦੂਕ ਨੂੰ ਤੰਬੂ ਵਿੱਚ ਰੱਖ ਦਿੱਤਾ ਅਤੇ ਪ੍ਰਭੂ ਦੀ ਆਗਿਆ ਅਨੁਸਾਰ ਉਸ ਅੱਗੇ ਪਰਦਾ ਲਾ ਦਿੱਤਾ। ਇੱਥੇ ਤੱਕ ਜੀ। ਹਾਂਜੀ, ਚਲੋ ਇੱਥੇ ਤੱਕ ਠੀਕ ਆ, ਇੱਥੇ ਤੱਕ ਠੀਕ ਆ। ਸੋ ਅਸੀਂ ਜਿਹੜੀ ਚੀਜ਼ ਦੇਖਣੀ ਮੰਗਦੇ ਸੀਗੇ ਕਿ ਉਸਨੇ ਮੰਦਿਰ ਬਣਾ ਕੇ ਸਾਰਾ ਕੁਝ ਕਰਕੇ ਤਾਂ ਉੱਥੇ ਜਿਹੜੀ ਜਿੱਥੇ ਪ੍ਰਭੂ ਦੀ ਹਜ਼ੂਰੀ ਸੀਗੀ, ਜਿਹੜਾ ਜਿੱਥੇ ਉਹਨਾਂ ਨੇ ਉਹ ਸੰਦੂਕ ਰੱਖਿਆ, ਉਹਦੇ ਮੂਹਰੇ ਪ੍ਰਭੂ ਨੇ ਕਿਹਾ ਕਿ ਇਹਦੇ ਮੂਹਰੇ ਪਰਦਾ ਲਾ ਦਿਓ। Now that was the Garden of Eden, ਜਿੱਥੇ ਪ੍ਰਭੂ ਦੀ ਹਜ਼ੂਰੀ ਆਉਂਦੀ ਸੀ ਔਰ ਮੂਸਾ ਦੇ ਨਾਲ ਉੱਥੇ ਪ੍ਰਭੂ ਗੱਲ ਕਰਦੇ ਸੀ। ਲੇਕਿਨ ਜਿੱਦਾਂ ਹੀ ਉਹਨਾਂ ਨੇ ਡੈਡੀਕੇਸ਼ਨ ਸ਼ੁਰੂ ਕੀਤੀ ਮੰਦਿਰ ਦੀ, ਤਾਂ ਮੇਰੇ ਨਾਲ 34ਵੀਂ ਆਇਤ ਦੇ ਉੱਤੇ ਆ ਜਾਓ। ਕਹਿੰਦਾ ਤਦ ਪ੍ਰਭੂ ਦੇ ਸੰਗਤ ਦੇ ਤੰਬੂ ਦੇ ਉੱਤੇ ਬੱਦਲ ਛਾ ਗਿਆ ਅਤੇ ਪ੍ਰਭੂ ਦੇ ਤੇਜ ਦੇ ਨਾਲ ਸਾਰਾ ਤੰਬੂ ਭਰ ਗਿਆ। ਸੋ ਤੰਬੂ ਤੇ ਬੱਦਲ ਛਾ ਗਿਆ ਕਾਰਨ ਉਸਦੇ ਪ੍ਰਭੂ ਦੇ ਤੇਜ ਦੇ ਨਾਲ ਭਰ ਜਾਣ ਕਾਰਨ ਮੂਸਾ ਉਸਦੇ ਅੰਦਰ ਨਾ ਜਾ ਸਕਿਆ। ਇਜ਼ਰਾਈਲੀ ਲੋਕ ਸਾਰੇ ਸਫ਼ਰ ਦੇ ਵਿੱਚ ਜਦੋਂ ਤੰਬੂ ਤੋਂ ਬੱਦਲ ਹਟ ਜਾਂਦਾ ਸੀ ਤਾਂ ਆਪਣੇ ਸਫ਼ਰ ਵਿੱਚ ਅੱਗੇ ਵੱਧਦੇ ਸਨ, ਪਰ ਜਿੰਨਾ ਸਮਾਂ ਤੱਕ ਬੱਦਲ ਤੰਬੂ ਦੇ ਛਾਇਆ ਕਰਦਾ ਰਹਿੰਦਾ ਸੀ, ਉਹ ਆਪਣੇ ਸਫ਼ਰ ਦੇ ਵਿੱਚ ਅੱਗੇ ਨਹੀਂ ਵੱਧਦੇ ਸਨ। ਉਹਨਾਂ ਨੇ ਸਾਰੇ ਲੰਬੇ ਸਫ਼ਰ ਦੇ ਵਿੱਚ ਹਮੇਸ਼ਾ ਤੰਬੂ ਦੇ ਉੱਤੇ ਦਿਨ ਦੇ ਵੇਲੇ ਬੱਦਲ ਦੇਖਿਆ ਅਤੇ ਰਾਤ ਦੇ ਵੇਲੇ ਅੱਗ ਦੇਖੀ। ਸੋ ਪ੍ਰਭੂ ਨੇ ਆਪਣੀ ਹਜ਼ੂਰੀ ਉਹਨਾਂ ਦੇ ਨਾਲ ਰੱਖੀ। ਲੇਕਿਨ ਜਿਹੜੀ ਦੇਖਣ ਵਾਲੀ ਹੁਣ ਚੀਜ਼ ਆ ਉਹ ਹੈ ਕਿ ਮੰਦਿਰ ਦੇ ਉੱਤੇ ਪ੍ਰਭੂ ਦੀ ਹਜ਼ੂਰੀ ਬਣੀ ਰਹਿਣੀ। ਜੋ ਪ੍ਰਭੂ ਨੇ ਉਹਨਾਂ ਨੂੰ ਟੈਬਰਨੈਕਲ ਚਾਹੇ ਤੰਬੂ ਦਿੱਤਾ, ਇੱਕ ਮੰਦਿਰ ਦਾ ਰੂਪ ਸੀ, ਉਸਦੇ ਉੱਤੇ ਪ੍ਰਭੂ ਦੀ ਹਜ਼ੂਰੀ ਬਣੀ ਰਹਿਣੀ। ਲੇਕਿਨ ਇੱਥੇ ਅਸੀਂ ਜਿਹੜੀ ਜ਼ਿਆਦਾ ਚੀਜ਼ ਦੇਖਦੇ ਪਏ ਹਾਂ, ਉਹ ਦੇਖਦੇ ਪਏ ਹਾਂ ਪ੍ਰੋਹਤਾਈਆਂ ਦੀ, ਜਿਹੜੇ ਪ੍ਰੋਹਤ ਆ, ਅਸੀਂ ਉਹਨਾਂ ਦਾ ਜ਼ਿਆਦਾ ਦੇਖਦੇ ਪਏ। ਲੇਕਿਨ ਇਹ ਤਾਂ ਦਾਊਦ ਦੇ ਘਰ ਕੁਝ ਹੋਣ ਵਾਲਾ। ਠੀਕ, ਸਵਾਲ ਹੁਣ ਇਹ ਹੋਗਾ ਕਿ ਇਹ ਦਾਊਦ ਦੇ ਘਰ ਕੁਝ ਹੋਣ ਵਾਲਾ। ਸੋ ਮੇਰੇ ਨਾਲ ਦੂਸਰਾ ਸੈਮੂਅਲ ਉਸਦਾ 24ਵਾਂ ਭਾਵ ਉਸਦੀ 18 ਤੋਂ 25 ਆਇਤ ਤੱਕ ਅਸੀਂ ਦੇਖਾਂ। ਪੰਨਾ ਹੈਗਾ 488, ਜਿਸ ਨੂੰ ਪਾਸਟਰ ਕਿਹੜੀਆਂ ਆਇਤਾਂ ਪੜ੍ਹਨੀਆਂ? 18 ਤੋਂ 25 ਤੱਕ। 18 ਤੋਂ 25 ਤੱਕ। ਤਦ ਉਸ ਦਿਨ ਗਾਦ ਨਬੀ ਨੇ ਦਾਊਦ ਕੋਲ ਆ ਕੇ ਕਿਹਾ, ਤੂੰ ਜਬੂਸੀ ਅਰਵਨਾ ਦੇ ਪਿੜ ਵਿੱਚ ਜਾ ਕੇ ਪ੍ਰਭੂ ਦੇ ਲਈ ਵੇਦੀ ਬਣਾ। ਦਾਊਦ ਨੇ ਗਾਦ ਨਬੀ ਦੇ ਕਹੇ ਅਨੁਸਾਰ ਪ੍ਰਭੂ ਦੀ ਆਗਿਆ ਮੰਨੀ ਅਤੇ ਉਹ ਅਰਵਨਾ ਦੇ ਪਿੜ ਵੱਲ ਵੱਧ ਗਿਆ। ਅਰਬਨਾ ਨੇ ਜਦੋਂ ਰਾਜਾ ਦਾਊਦ ਨੂੰ ਆਪਣੇ ਪੇੜ ਵਿੱਚ ਆਇਆ ਦੇਖਿਆ ਤਾਂ ਉਸਨੇ ਕਿਹਾ, ਮਹਾਰਾਜ, ਤੁਹਾਡਾ ਦਾਸ ਤੁਹਾਡੇ ਲਈ ਕੀ ਕਰ ਸਕਦਾ ਹੈ? ਦਾਊਦ ਨੇ ਉੱਤਰ ਦਿੱਤਾ, ਮੈਂ ਤੇਰਾ ਪੇੜ ਖਰੀਦਣਾ ਚਾਹੁੰਦਾ ਹਾਂ ਕਿ ਇੱਥੇ ਮਹਾਮਾਰੀ ਦੇ ਲਈ ਰੋਕ ਲਈ ਮੈਂ ਪ੍ਰਭੂ ਦੀ ਲਈ ਇੱਕ ਬੇਦੀ ਬਣਾਵਾਂ। ਪਰ ਅਰਬਨਾ ਨੇ ਰਾਜਾ ਨੂੰ ਕਿਹਾ, ਮਹਾਰਾਜ ਜੀ, ਸਦਕੇ ਜੋ ਤੁਸੀਂ ਚਾਹੋ ਕਰੋ। ਇਹ ਬਲਦ, ਫਲੇ ਅਤੇ ਜੂਲੇ ਦੀਆਂ ਲੱਕੜਾਂ ਹੋਮ ਬਲੀ ਦੇ ਲਈ ਹਾਜ਼ਰ ਹਨ। ਇਹ ਕਹਿ ਕੇ ਉਸਨੇ ਉਹ ਸਭ ਚੀਜ਼ਾਂ ਰਾਜਾ ਨੂੰ ਸੌਂਪੀਆਂ ਤੇ ਕਿਹਾ, ਪ੍ਰਭੂ ਤੁਹਾਡਾ ਪਰਮੇਸ਼ਰ ਇਹ ਸਭ ਸਵੀਕਾਰ ਕਰੇ। ਪਰ ਰਾਜਾ ਨੇ ਅਰਬਨਾ ਨੂੰ ਉੱਤਰ ਦਿੱਤਾ, ਨਹੀਂ, ਮੈਂ ਉਸ ਚੀਜ਼ ਦੀ ਹੋਮ ਬਲੀ ਨਹੀਂ ਚੜਾਵਾਂਗਾ ਜਿਸ ਉੱਤੇ ਮੇਰਾ ਕੁਝ ਖਰਚ ਨਾ ਹੋਇਆ ਹੋਵੇ। ਇਸ ਲਈ ਰਾਜਾ ਨੇ ਬਲਦ ਅਤੇ ਫਲੇ ਦੀਆਂ ਲੱਕੜਾਂ 50 ਚਾਂਦੀ ਦੇ ਸਿੱਕੇ ਦੇ ਕੇ ਖਰੀਦ ਲਈਆਂ। ਸੋ ਰਾਜਾ ਦਾਊਦ ਨੇ ਉੱਥੇ ਬੇਦੀ ਬਣਾ ਕੇ ਉਸ ਉੱਤੇ ਹੋਮ ਬਲੀਆਂ ਅਤੇ ਮੇਲ ਬਲੀਆਂ ਚੜਾਈਆਂ। ਤਦ ਪ੍ਰਭੂ ਨੇ ਦਾਊਦ ਦੀ ਬੇਨਤੀ ਸੁਣੀ ਅਤੇ ਇਸਰਾਇਲ ਵਿੱਚੋਂ ਮਹਾਮਾਰੀ ਖਤਮ ਹੋ ਗਈ।
महामारी खत्म हो गई। सो उसने गुनाह किया, लेकिन जी मेन चीज इत्थे ये आ कि उसने वो जी जगह जिथे मंदिर बनना है ओहो उसने लई नहीं। जिस तरह अब्राहम ने कहा कि मैं अपनी पत्नी नूं दफनाउण दे लई जमीन खरीदनी मंगदा है, उत्थे भी उसनूं कहंदे रहे कि तू साडे विच रहना, तू सानू भी माला माल कीता है, भई एक जमीन दा टोटा है तो कुछ भी नहीं, तू लै ला, कोई फर्क नहीं सानू पैंदा, तू लै ला। नहीं, उसने वो खरीदिया सी। दाऊद ने भी यह जगह खरीदी। अगर ਜਿਹੜੇ ਤੁਹਾਡੇ ਭੈਣ ਭਰਾ ਮੰਦਿਰ ਦੇਖ ਕੇ ਆਏ ਆ, ਉਹ ਜਿਹੜੀ ਜਗ੍ਹਾ ਜਿੱਥੇ ਉਹ ਮੰਦਿਰ ਬਣਿਆ ਆ ਉਹ ਦਾਊਦ ਨੇ ਖਰੀਦਿਆ ਸੀ। उसने अपनी जेब ਦੇ ਵਿੱਚੋਂ पैसे दे के वो जगह खरीदी और फिर उसने उत्थे बलि दिती आ, जिस दे नाल मौत वाली एक महामारी रुक गई। सो इस चीज नूं चेते रखियो जिसलिए आपां नवे नियम दे विच जावांगे। लेकिन हुण असीं जिस वेले अगे बढ़दे हां ते प्रभु ने उसनूं दस दित्ता सीगा कि तू मंदिर नहीं बनाएगा, मेरा मंदिर जिहड़ा बनाएगा वो तेरा पुत्र बनाएगा। सो असीं उसने बिल्कुल जो प्रभु ने कहा सीगा, उसने सारा समान इकट्ठा करके रख दिता, एक एक इट इकट्ठी करके रख दी। मंदिर जिहड़ा बनाया ओहदे पुत्र सुलेमान ने बनाया, और सुलेमान ने जिसले मंदिर बनाया और हुण मंदिर बना के उसकी डैडी उसदे विच जिहड़ी प्रभु दी संदूक आ वो लिआंदा, आर्क ऑफ द कवनेंट जिहड़ी आ वादे दा संदूक हुण उत्थे लिआंदा गया। आओ उत्थे देखिए की हुंदा पिया जिस वेले प्रभु ने ये इमारत उन्हां नूं बनाउण दे लई किहा ते उस इमारत दे विच हुण की हुंदा पिया। पहला फर्स्ट किंग्स पहला राजा उसदा 8वां भाग और असी इसकी 1 तो लैके 13 आयत तक 507 पन्ना पुराने में। मैं पढ़ती हूँ। हाँ। तब सैमुएल और इजरायली पुरनियों को और गोत्रों के साथ मुख्य पुरुष जो इजरायलियों के साथ पूर्वज के घरानों के प्रधान थे, उनको भी यरूशलेम में अपने पास इस मानसा से इकट्ठा किया कि वो यहोवा की बाबा का संदूक दाऊदपुर अर्थात सियोन से ऊपर ले आए। सो सब इजरायली पुरुष एतानिमी नाम 7वें महीने के पूर्व के समय रासमोल के पास इकट्ठे हुए। जब वह इजरायली पुरानिये आए, तब याजक ने संदूक को उठा लिया और यहोवा का संदूक और मिलाप का तंबू और जितने पवित्र पात्र उस तंबू में थे उन सबों को याजक और लेविया के लोगों के ऊपर ले गए। और राजा सिमर और समस्त इस्राएली मंडली जो उसके पास इकट्ठी हुई थी, वे सब संदूक के सामने इतनी भीड़ और बैल और बलि कर रहे थे कि जिनकी गिनती किसी रीति से नहीं हो सकती थी। तब याजकों ने यहोवा की वाचा का संदूक उसके स्थान को अर्थात भवन के देश स्थान में जो परम पवित्र स्थान है पहुंचकर करूखों के पंखों के तले रख दिया। करूख जो संदूक के स्थान के ऊपर पंख ऐसे फैलाए हुए थे कि वे ऊपर से संदूक और उसके ढंडों को ढाके थे। ठंडे तो ऐसे लंबे थे जिस उनके सिरे और पवित्र स्थान में जो दर्शन स्थान के सामने था दिखाई पड़ते थे और ऊपर बाहर से वे दिखाई नहीं पड़ते थे। वे आज के दिन तक वही वर्तमान है।
संदूक में कुछ नहीं था। उन 2 पटारियों को छोड़कर जो मूसा ने हबीब में और उसके भीतर उस समय रखी, जब यहोवा ने इस्राएलियों के मिस्र से निकलने पर उनके साथ वाचा बांधी थी। जब याजक पवित्र प्रधान से निकले, तब यहोवा के भवन में बादल भर आया, और बादल के कारण याजक सेवा टहल करने को खड़े रह सके, क्योंकि यहोवा का तेज यहोवा के भवन से भर गया था। तब सैमुएल कहने लगा, यहोवा ने कहा था कि मैं घोर अंधकार के वास किए रहूंगा। सचमुच मैंने तेरे लिए एक वास स्थान ऐसा दृढ़ स्थान बनाया है, जिससे तू युग बना रहे। और राजा और इजरायलियों की पूरी सभा की ओर मुंह फेर कर उसको आशीर्वाद दिया, और पूरी सभा खड़ी रही। और उसने कहा, धन्य है इजराइल का परमेश्वर यहोवा, जिसने हम अपने मुंह से पिता मेरे दाऊद को यह वचन दिया था कि उसके हाथ से उसे पूरा किया है। Amen. Amen. ਸੋ ਜਿਸਲੇ ਅਸੀਂ ਪ੍ਰਭੂ ਦੇ ਇਸ ਵਚਨ ਦੇ ਵਿੱਚ ਦੇਖਦੇ ਹਾਂ ਤਾਂ ਇੱਕ ਚੀਜ਼ ਉਹੀ ਚੀਜ਼ ਫਿਰ ਹੁੰਦੀ ਪਈ ਆ। ਹੁਣ ਤੁਸੀਂ ਮੰਦਿਰ ਬਤਾ ਜਿਹੜਾ ਦਿਓ। ਹਾਂਜੀ Sorry. ਹੁਣ ਜਿਹੜਾ ਉਹ ਜਿਹੜਾ ਮੰਦਿਰ ਆ ਉਹ ਪੱਥਰਾਂ ਦਾ ਮੰਦਿਰ ਹੁਣ ਬਣਾਇਆ ਗਿਆ, ਔਰ ਜਿਸ ਵੇਲੇ ਉਹ ਮੰਦਿਰ ਬਣਾਇਆ ਤਿਆਰ ਹੋ ਗਿਆ, ਸਾਰੀਆਂ ਚੀਜ਼ਾਂ ਤਿਆਰ ਹੋ ਗਈਆਂ, ਹੁਣ ਤੰਬੂ ਚੋਂ ਉਹ ਚੀਜ਼ਾਂ ਨੂੰ ਲਿਆ ਕੇ ਮੰਦਿਰ ਦੇ ਵਿੱਚ ਰੱਖੀਆਂ ਜਾ ਰਹੀਆਂ। ਔਰ ਜਿੱਦਾਂ ਹੀ ਜਿਹੜੀ ਆਰਕ ਆਫ ਕਵਨੈਂਟ ਲਿਆ ਕੇ ਉੱਥੇ ਰੱਖੀ ਗਈ ਆ, ਜਿੱਦਾਂ ਹੀ ਇਹ ਸੰਦੂਕ ਲਿਆ ਕੇ ਰੱਖਿਆ ਗਿਆ, ਤਾਂ ਉਸੇ ਵੇਲੇ ਉਸੇ ਤਰ੍ਹਾਂ ਜਿਹੜਾ ਮੰਦਿਰ ਆ ਪ੍ਰਭੂ ਦੇ ਧੂਏ ਨਾਲ ਭਰ ਗਿਆ, ਬੱਦਲ ਦੇ ਨਾਲ ਭਰ ਗਿਆ, ਔਰ ਪ੍ਰਭੂ ਦੀ ਹਜ਼ੂਰੀ ਉੱਥੇ ਆਈ। ਪ੍ਰਭੂ ਕਹਿੰਦਾ, ਮੈਂ ਅੱਗ ਦੇ ਵਿੱਚ ਤੇ ਧੂਏ ਦੇ ਵਿੱਚ ਹਾਂ। ਔਰ ਅਸੀਂ ਇੱਥੇ ਇਹ ਦੇਖਦੇ ਪਏ ਹਾਂ ਕਿ ਪ੍ਰਭੂ ਦੀ ਕਿੰਨੀ ਵੱਡੀ ਕਿਰਪਾ ਹੈ। ਲੇਕਿਨ ਪ੍ਰਭੂ ਦੀ ਹਜ਼ੂਰੀ ਇਸ ਮੰਦਰ ਨੂੰ ਛੱਡ ਗਈ ਸੀ। ਔਰ ਉਹ ਕਿਉਂ ਛੱਡ ਗਈ ਸੀ? ਆਓ ਅੱਜ ਅਸੀਂ ਥੋੜੇ ਸਿਰਫ ਬਣਦੇ ਪਏ ਹਾਂ, ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਫਿਰ ਮੁੜ ਕੇ ਦੇਖਣਾ। ਸੋ ਹੁਣ ਮੇਰੇ ਨਾਲ ਆਓ ਹਜ਼ਕੀਏਲ ਦੇ ਵਿੱਚ ਉਸ ਦਾ 8ਵਾਂ ਭਾਵ, ਹਜ਼ਕੀਏਲ ਦਾ 8ਵਾਂ ਭਾਵ, ਯਸਾਇਆ ਤੋਂ ਬਾਅਦ ਜਰਮਾਇਆ ਤੋਂ ਅੱਗੇ ਹਜ਼ਕੀਏਲ ਦੀ ਪੋਥੀ ਹੁੰਦੀ ਹੈ। ਹਜ਼ਕੀਏਲ ਦਾ 8ਵਾਂ ਭਾਵ ਪੰਨਾ ਹੈ 1245। ਔਰ ਇਸ ਦੀ ਅਸੀਂ ਕੋਈ ਜਾਣਾ ਇਸ ਦੀਆਂ ਪਹਿਲੀਆਂ 16 ਆਇਤਾਂ। ਹਾਂਜੀ, ਮੈਂ ਪੜ੍ਹਦੀ ਹਾਂ ਪਾਸਟਰ ਜੀ। ਹਾਂਜੀ ਰਾਈਟ, ਹਾਂਜੀ ਦਾ ਅੰਤ ਲਾਗੇ ਹੈ। ਪ੍ਰਭੂ ਨੇ ਮੈਨੂੰ ਕਿਹਾ, ਮਾਨਵ ਪੁੱਤਰ, ਮੈਂ ਪ੍ਰਭੂ ਪਰਮੇਸ਼ਰ ਇਸਰਾਇਲ ਦੀ ਧਰਤੀ ਨੂੰ ਕਹਿੰਦਾ ਹਾਂ, ਇਹ ਸਾਰੀ ਧਰਤੀ ਦਾ ਅੰਤ ਹੋਵੇਗਾ। ਆਈ ਥਿੰਕ ਤੁਸੀਂ ਥੋੜਾ ਜਿਹਾ ਅੱਗੇ ਜਾਂ ਪਿੱਛੇ 1245 ਪੰਨਾ। ਹਾਂਜੀ, ਤੇ 8ਵਾਂ ਭਾਵ, ਅੱਛਾ ਜੀ, 8ਵਾਂ ਭਾਵ ਸਾਡੇ ਪ੍ਰਵਾਸ ਦੇ 6ਵੇਂ ਸਾਲ ਦੇ 6ਵੇਂ ਮਹੀਨੇ ਦੇ 5ਵੇਂ ਦਿਨ ਯਹੂਦੀ ਆਗੂ ਜੋ ਪ੍ਰਵਾਸ ਦੇ ਵਿੱਚ ਸਨ, ਇੱਥੋਂ ਅਸੀਂ ਦੇਖਦੇ। ਸੌਰੀ, ਸਾਡੇ ਪ੍ਰਵਾਸ ਦੇ 6ਵੇਂ ਸਾਲ ਦੇ 6ਵੇਂ ਮਹੀਨੇ ਦੇ 5ਵੇਂ ਦਿਨ ਯਹੂਦੀ ਆਗੂ ਜੋ ਪ੍ਰਵਾਸ ਵਿੱਚ ਸਨ, ਮੇਰੇ ਘਰ ਮੇਰੇ ਨਾਲ ਬੈਠੇ ਹੋਏ ਸਨ। ਅਚਾਨਕ ਪ੍ਰਭੂ ਪਰਮੇਸ਼ਰ ਦੀ ਸ਼ਕਤੀ ਮੇਰੇ ਵਿੱਚ ਆ ਗਈ। ਤਦ ਮੈਂ ਉੱਪਰ ਦੇਖਿਆ ਅਤੇ ਮੈਨੂੰ ਇੱਕ ਅੱਗ ਦੀ ਮਾਨਵ ਰੂਪੀ ਸ਼ਕਲ ਦਿਖਾਈ ਦਿੱਤੀ। ਉਸ ਦਾ ਲੱਕ ਤੋਂ ਹੇਠ ਸਰੀਰ ਅੱਗ ਵਰਗਾ ਸੀ ਅਤੇ ਲੱਕ ਤੋਂ ਉੱਤੇ ਉਹ ਚਮਕਦੇ ਕਹੇ ਵਾਂਗ ਸੀ। ਉਸਨੇ ਕੁਝ ਅੱਗੇ ਵਧਾਇਆ ਜੋ ਹੱਥ ਲੱਗਦਾ ਸੀ ਅਤੇ ਮੈਨੂੰ ਸਿਰ ਦੇ ਵਾਲਾਂ ਤੋਂ ਫੜ ਲਿਆ। ਤਦ ਇਸ ਦਰਸ਼ਨ ਵਿੱਚ ਪਰਮੇਸ਼ਰ ਦਾ ਆਤਮਾ ਮੈਨੂੰ ਹਵਾ ਵਿੱਚ ਉਤਾਹ ਚੁੱਕ ਕੇ ਯਰੂਸ਼ਲਮ ਵਿੱਚ ਲੈ ਗਿਆ। ਉਹ ਮੈਨੂੰ ਮੰਦਰ ਦੇ ਅੰਦਰਲੇ ਉੱਤਰੀ ਫਾਟਕ ਵਿੱਚ ਲੈ ਗਿਆ ਅਤੇ ਜਿੱਥੇ ਇੱਕ ਬੁੱਤ ਸੀ ਜੋ ਪਰਮੇਸ਼ਰ ਦੇ ਗੁੱਸੇ ਨੂੰ ਭੜਕਾਉਂਦਾ ਸੀ, ਉੱਥੇ ਮੈਂ ਉਹ ਚਮਕਦਾ ਚਾਨਣ ਦੇਖਿਆ ਜੋ ਇਸਰਾਇਲ ਦੇ ਪਰਮੇਸ਼ਰ ਦੀ ਹਜ਼ੂਰੀ ਦਾ ਚਿੰਨ੍ਹ ਸੀ। ਅਤੇ ਇਹ ਮੈਂ ਆਪਣੇ ਕਬਾਰ ਦਰਿਆ ਦੇ ਕੰਢੇ ਉਤਲੇ ਦੇਖੇ ਪਹਿਲੇ ਦਰਸ਼ਨ ਵਿੱਚ ਵੀ ਦੇਖ ਚੁੱਕਾ ਸਾਂ। ਪਰਮੇਸ਼ਰ ਨੇ ਮੈਨੂੰ ਕਿਹਾ, ਮਾਨਵ ਪੁੱਤਰ, ਤੂੰ ਉੱਪਰ ਵੱਲ ਦੇਖ। ਮੈਂ ਦੇਖਿਆ ਅਤੇ ਉੱਥੇ ਮੈਂ ਅੰਦਰ ਆਉਣ ਵਾਲੇ ਫਾਟਕ ਕੋਲ ਉਹ ਬੁੱਤ ਦੇਖਿਆ ਜੋ ਪਰਮੇਸ਼ਰ ਦੇ ਗੁੱਸੇ ਨੂੰ ਭੜਕਾਉਂਦਾ ਸੀ। ਪਰਮੇਸ਼ਰ ਨੇ ਮੈਨੂੰ ਕਿਹਾ, ਮਾਨਵ ਪੁੱਤਰ, ਕੀ ਤੂੰ ਦੇਖ ਰਿਹਾ ਹੈ ਕਿ ਕੀ ਹੋ ਰਿਹਾ ਹੈ?
ਦੇਖ ਇੱਥੇ ਇਸਰਾਏਲੀ ਲੋਕ ਕਿੰਨੀ ਘਿਨਾਉਣੀ ਚੀਜ਼ ਕਰ ਰਹੇ ਹਨ। ਉਹ ਮੈਨੂੰ ਮੇਰੇ ਪਵਿੱਤਰ ਸਥਾਨ ਤੋਂ ਦੂਰ ਹੀ ਦੂਰ ਕਰਦੇ ਜਾ ਰਹੇ ਹਨ। ਤੂੰ ਇਸ ਤੋਂ ਵੀ ਅਧਿਕ ਘਿਨਾਉਣੀਆਂ ਚੀਜ਼ਾਂ ਦੇਖੇਗਾ। ਫਿਰ ਉਹ ਮੈਨੂੰ ਬਾਹਰਲੇ ਅੰਦਰ ਆਉਣ ਵਾਲੇ ਫਾਟਕ ਕੋਲ ਲੈ ਗਿਆ ਤੇ ਮੈਨੂੰ ਉਸ ਦੇ ਕੰਧ ਵਿੱਚ ਇੱਕ ਮਕੋਰਾ ਵਿਖਾਇਆ। ਉਸਨੇ ਕਿਹਾ, ਮਾਨਵ ਪੁੱਤਰ, ਤੂੰ ਇੱਥੋਂ ਕੰਧ ਨੂੰ ਤੋੜ। ਜਦੋਂ ਮੈਂ ਉਸ ਨੂੰ ਤੋੜਿਆ ਤਾਂ ਮੈਨੂੰ ਉੱਥੇ ਇੱਕ ਬੂਹਾ ਦਿਖਾਈ ਦਿੱਤਾ। ਉਸਨੇ ਮੈਨੂੰ ਕਿਹਾ, ਤੂੰ ਅੰਦਰ ਜਾ ਕੇ ਦੇਖ ਜੋ ਉਹ ਬੁਰਾਈ ਅਤੇ ਘਿਨਾਉਣੀ ਚੀਜ਼ ਇੱਥੇ ਕਰ ਰਹੇ ਹਨ। ਸੋ ਮੈਂ ਅੰਦਰ ਜਾ ਕੇ ਦੇਖਿਆ, ਕੰਧਾਂ ਸੱਪਾਂ ਅਤੇ ਅਸ਼ੁੱਧ ਜਾਨਵਰਾਂ ਅਤੇ ਹੋਰ ਚੀਜ਼ਾਂ ਜਿਨ੍ਹਾਂ ਦੀਆਂ ਇਸਰਾਏਲੀ ਪੂਜਾ ਕਰਦੇ ਹਨ ਚਿੱਤਰਾਂ ਨਾਲ ਭਰੀਆਂ ਹੋਈਆਂ ਸਨ। ਇਸਰਾਏਲ ਦੇ 70 ਬਜ਼ੁਰਗ ਉੱਥੇ ਖੜੇ ਸਨ, ਜਿਨ੍ਹਾਂ ਵਿੱਚ ਸਫਾਨ ਦਾ ਪੁੱਤਰ ਯਾਜ਼ਨਹਾਹ ਵੀ ਸੀ। ਹਰ ਇੱਕ ਦੇ ਹੱਥ ਵਿੱਚ ਧੂਪਦਾਨ ਸੀ ਅਤੇ ਧੂਪ ਦਾ ਧੂੰਆਂ ਉੱਪਰ ਤੱਕ ਉੱਡ ਰਿਹਾ ਸੀ। ਪਰਮੇਸ਼ਰ ਨੇ ਮੇਰੇ ਤੋਂ ਪੁੱਛਿਆ, ਮਾਨਵ ਪੁੱਤਰ, ਤੂੰ ਕੀ ਦੇਖ ਰਿਹਾ ਹੈ ਜੋ ਇਹ ਬਜ਼ੁਰਗ ਗੁਪਤ ਵਿੱਚ ਇੱਥੇ ਕਰ ਰਹੇ ਹਨ? ਉਹ ਸਭ ਮੂਰਤਾਂ ਨਾਲ ਭਰੇ ਇਸ ਕਮਰੇ ਵਿੱਚ ਪੂਜਾ ਕਰ ਰਹੇ ਹਨ। ਉਹਨਾਂ ਦਾ ਬਹਾਨਾ ਹੈ, ਪ੍ਰਭੂ ਸਾਨੂੰ ਦੇਖਦਾ ਨਹੀਂ ਹੈ, ਕਿਉਂਕਿ ਉਸਨੇ ਦੇਸ਼ ਨੂੰ ਤਿਆਗ ਦਿੱਤਾ ਹੈ। ਤਦ ਪ੍ਰਭੂ ਨੇ ਮੈਨੂੰ ਕਿਹਾ, ਤੂੰ ਇਹਨਾਂ ਨੂੰ ਇਸ ਤੋਂ ਵੀ ਅਧਿਕ ਵੱਡੇ ਘਿਨਾਉਣੇ ਕੰਮ ਕਰਦੇ ਦੇਖੇਗਾ। ਫਿਰ ਉਹ ਮੈਨੂੰ ਮੰਦਿਰ ਦੇ ਉੱਤਰੀ ਪਾਸੇ ਦੇ ਫਾਟਕ ਵਿੱਚ ਲੈ ਗਿਆ, ਜਿੱਥੇ ਉਹ ਮੈਨੂੰ ਉਹ ਔਰਤ ਦਿਖਾਈ ਜੋ ਤਮੂਜ ਦੇਵਤਾ ਦੇ ਲਈ ਰੋ ਰਹੀ ਸੀ। ਉਸਨੇ ਪੁੱਛਿਆ, ਮਾਨਵ ਪੁੱਤਰ, ਤੂੰ ਇਹ ਦੇਖ ਰਿਹਾ ਹੈ? ਤੂੰ ਇਸ ਤੋਂ ਵੀ ਵੱਡੇ ਘਿਨਾਉਣੇ ਕੰਮ ਹੁੰਦੇ ਦੇਖੇਗਾ। ਇਸ ਲਈ ਉਹ ਮੈਨੂੰ ਮੰਦਿਰ ਦੇ ਅੰਦਰਲੇ ਵਿਹੜੇ ਵਿੱਚ ਲੈ ਗਿਆ। ਉੱਥੇ ਪਵਿੱਤਰ ਥਾਂ ਦੇ ਲਾਗੇ ਬੇਦੀ ਅਤੇ ਰਾਹ ਦੇ ਲਾਗੇ ਲਗਭਗ 25 ਆਦਮੀ ਦਿਖਾਈ ਦਿੱਤੇ। ਉਹਨਾਂ ਨੇ ਆਪਣੇ ਮੂੰਹ ਪਵਿੱਤਰ ਥਾਂ ਤੋਂ ਉਲਟੇ ਪਾਸੇ ਕੀਤੇ ਹੋਏ ਸਨ ਅਤੇ ਉਹ ਪੂਰਬ ਵੱਲ ਨਿਉ ਰਹੇ ਸਨ ਅਤੇ ਇਸ ਤਰ੍ਹਾਂ ਉਸ ਚੜ੍ਹਦੇ ਸੂਰਜ ਦੀ ਪੂਜਾ ਕਰ ਰਹੇ ਸਨ। ਪ੍ਰਭੂ ਨੇ ਮੈਨੂੰ ਕਿਹਾ, ਮਾਨਵ ਪੁੱਤਰ, ਇੱਥੇ ਤਾਂ ਠੀਕ ਆ ਭੈਣ ਜੀ, ਓਕੇ ਇੱਥੇ ਤਾਂ ਕਲੀਅਰ ਹੋ ਜਾਂਦਾ ਸਰ। ਸੋ ਹੁਣ ਉਹ ਕੀ ਉੱਥੇ ਹੋ ਗਿਆ, ਇੱਥੇ ਹੁਣ ਦੋ ਚੀਜ਼ਾਂ ਹੋ ਰਹੀਆਂ। ਉਸਨੇ ਜਿੱਦਾਂ ਇਹ ਦੱਸਿਆ ਕਿ ਸਾਡੇ ਪ੍ਰਵਾਸ ਦੇ 6ਵੇਂ ਸਾਲ ਦੇ 6ਵੇਂ ਮਹੀਨੇ ਦੇ 5ਵੇਂ ਦਿਨ, ਉਸ ਸਮੇਂ ਦੀ ਉਹ ਗੱਲ ਕਰਦਾ ਪਿਆ। ਨਬੂਕਦਨਸਰ ਨੇ 3 ਵਾਰੀ ਹਮਲਾ ਕੀਤਾ ਸੀ ਬਾਬਲ ਦੇ ਰਾਜੇ। ਜਿਸ ਲਈ ਉਸਨੇ ਪਹਿਲੀ ਵਾਰੀ ਹਮਲਾ ਕੀਤਾ ਤੇ ਉੱਥੋਂ ਕੋਈ ਉਹ 3000 ਬੰਦੇ ਜਿਹੜੇ ਸੀਗੇ ਉਹ ਬੰਦੀ ਬਣਾ ਕੇ ਲੈ ਗਿਆ ਤੇ ਮੰਦਿਰ ਦੇ ਕੁਝ ਭਾਂਡੇ ਆਪਣੇ ਨਾਲ ਲੈ ਗਿਆ ਤੇ ਜਿਹੜਾ ਖਜ਼ਾਨੇ ਦੇ ਵਿੱਚ ਸੋਨਾ ਸੀ ਉਹ ਨਾਲ ਲਿਆ। ਉਸ 3000 ਦੇ ਵਿੱਚ ਇਹ ਜਿਹੜੇ ਹਿਜ਼ਕੀਏਲ ਤੇ ਡੈਨੀਅਲ ਤੇ ਉਸਦੇ ਜਿਹੜੇ ਮਿੱਤਰ ਆ, ਇਹ ਸਾਰੇ ਉਸ ਹਮਲੇ ਦੇ ਵਿੱਚ, ਪਹਿਲੇ ਹਮਲੇ ਦੇ ਵਿੱਚ ਬਾਬਲ ਗਏ। ਹੁਣ ਹਿਜ਼ਕੀਏਲ ਨੂੰ ਵੀ ਪ੍ਰਭੂ ਨੇ ਨਬੂਵਤ ਦਿੱਤੀ ਆ, ਔਰ ਜਿਹੜਾ ਦਾਨੀਅਲ ਆ ਉਸਨੂੰ ਉਸਨੇ ਵਿਜ਼ਡਮ ਦਾ ਗਿਫਟ ਦਿੱਤਾ, ਉਸਨੂੰ ਉਸਨੇ ਨਬੂਵਤ ਦਾ ਗਿਫਟ ਦਿੱਤਾ, ਉਸਨੂੰ ਉਸਨੇ ਸੁਪਨਿਆਂ ਨੂੰ ਜਾਣਨ ਦਾ ਦਿੱਤਾ, ਉਸਨੂੰ ਉਹਦੀ ਜ਼ਰੂਰਤ ਅਨੁਸਾਰ ਦਿੱਤਾ, ਕਿਉਂਕਿ ਉਹਨੂੰ ਪ੍ਰਭੂ ਨੇ ਰਾਜਾ ਦੇ ਬਿਲਕੁਲ ਲਾਗੇ ਰੱਖਣਾ ਸੀ। ਲੇਕਿਨ ਜਿਹੜੇ ਆਮ ਲੋਕ ਸੀਗੇ, ਜਿਹੜੇ ਆਮ ਲੋਕ ਗਏ ਸੀ ਉੱਥੇ, ਉਹਨਾਂ ਦੇ ਵਿੱਚ ਵੀ ਪ੍ਰਭੂ ਨੇ ਇੱਕ ਨਬੀ ਰੱਖਿਆ ਜੋ ਉਹਨਾਂ ਦੇ ਦਿਲ ਨੂੰ ਸਹਾਰਾ ਦਿੰਦਾ ਸੀ ਕਿ ਕੀ ਹੋਏਗਾ, ਕਿਸ ਤਰ੍ਹਾਂ ਹੋਏਗਾ, ਪ੍ਰਭੂ ਸਾਡਾ ਕਿੱਦਾਂ ਕਰੇਗਾ। ਲੇਕਿਨ ਪਿੱਛੇ ਜਰੂਸਲਮ ਦੇ ਵਿੱਚ ਜਿਹੜਾ ਉਸ ਵੇਲੇ ਜਿਹੜਾ ਨਬੀ ਆ ਉਹ ਜਰਮਾਇਆ ਆ, ਉਹ ਉੱਥੇ ਰਾਜੇ ਨੂੰ ਇਹ ਸਾਰੀਆਂ ਚੀਜ਼ਾਂ ਉਹ ਵੀ ਦੱਸ ਰਿਹਾ ਕਿ ਦੇਖ ਤੂੰ ਬੁੱਤ ਪੂਜਾ ਕਰਦਾ ਪਿਆ, ਇਹ ਨਹੀਂ ਰਹੇਗਾ ਸਾਰਾ ਕੁਝ, ਹਟ ਜਾ। ਲੇਕਿਨ ਉਹ ਕਹਿੰਦਾ ਮੇਰੇ ਲੋਕ, ਲੋਕਾਂ ਦਾ ਡਰ। ਉਹ ਕੀ ਸੋਚਦੇ ਆ? ਸੋ ਅਸੀਂ ਜਿਹੜਾ ਹਿੱਸਾ ਦੇਖਿਆ, ਇੱਥੇ ਪ੍ਰਭੂ ਨੇ ਅਜ਼ੀਕੀਏਲ ਦੇ ਕੋਲ ਆਇਆ ਔਰ ਉਸਦੀ ਆਤਮਾ ਨੂੰ, ਉਹ ਜੋ ਹੁਣ ਹੋ ਰਿਹਾ ਉਹਦੇ ਸਾਹਮਣੇ, ਉਹ ਕੰਪਲੀਟਲੀ ਦੇਖ ਰਿਹਾ, ਉਸਨੂੰ ਜਰੂਸਲਮ ਲੈ ਆਏ ਔਰ ਉਸਨੂੰ ਦੱਸਦਾ ਪਿਆ, ਕਿਉਂਕਿ ਇਹ ਲੋਕ ਇਹ ਦੁਆ ਕਰਦੇ ਪਏ ਕਿ ਪ੍ਰਭੂ ਸਾਨੂੰ ਤੂੰ ਵਾਪਸ ਕਿੱਦਾਂ ਲੈ ਕੇ ਜਾਏਗਾ। ਉਹ ਕਹਿੰਦਾ ਵਾਪਸ ਲੈ ਕੇ ਜਾਣ ਦੀ ਨਹੀਂ, ਮੈਂ ਹੋਰ ਲਿਆਉਂਗਾ, ਮੈਂ ਹੋਰਨਾਂ ਨੂੰ ਵੀ ਲੈ ਕੇ ਆ ਰਹੀ, ਵਾਪਸ ਨਹੀਂ ਤੁਸੀਂ ਹਾਲੇ ਜਾਓਗੇ। ਔਰ ਇਹੋ ਹੀ ਖਤ ਜਰਮਾਇਆ ਨੇ ਵੀ ਇਹਨਾਂ ਨੂੰ ਲਿਖਿਆ ਕਿ ਤੁਸੀਂ ਵਾਪਸ ਨਹੀਂ ਆਉਣਾ, ਵਾਪਸ ਤੁਸੀਂ 70 ਸਾਲ ਬਾਅਦ ਹੀ ਆਉਗੇ। ਇਹ ਜਨਰੇਸ਼ਨ ਉੱਥੇ ਹੀ ਮਰੀ, ਇਹਨਾਂ ਦੇ ਬੱਚੇ ਆਉਣ। ਸੋ ਇਹ ਜਿਸ ਵੇਲੇ ਸਭ ਕੁਝ ਹੋ ਰਿਹਾ,
ਤਾਂ ਅਸੀਂ ਇਹ ਦੇਖਦੇ ਪਏ ਹਾਂ ਕਿ ਪ੍ਰਭੂ ਉਸ ਨੂੰ ਦਿਖਾ ਰਿਹਾ। ਦੁਨੀਆ ਦੇ ਸਾਹਮਣੇ ਤਾਂ ਉਹ 70 ਬਜ਼ੁਰਗ ਜਿਹੜੇ ਉਹ ਮੰਦਿਰ 'ਚ ਜਾ ਕੇ ਪ੍ਰਸਤਿਸ਼ ਕਰਦੇ ਪਏ, ਲੇਕਿਨ ਦੁਨੀਆ ਜਿਸਲੇ ਨਹੀਂ ਦੇਖਦੀ ਪਈ ਤਾਂ ਉਹਨਾਂ ਨੇ ਮੰਦਿਰ ਦੀਆਂ ਕੰਧਾਂ ਨੂੰ ਖੋਖਲੀਆਂ ਕਰਕੇ ਉਹਦੇ ਅੰਦਰ ਬੁੱਤ ਬਣਾਇਓ, ਉਹਦੀ ਪੂਜਾ ਕਰਦੇ ਪਏ। ਮੰਦਿਰ ਜਿੱਧਰਲੇ ਪਾਸੇ ਆ ਉਧਰ ਨੂੰ ਨਹੀਂ, ਕਿਉਂਕਿ ਮੰਦਿਰ ਦਾ ਵੀ ਜਿਹੜਾ ਦਰਵਾਜ਼ਾ ਸੂਰਜ ਦੇ ਮੂਹਰੇ ਆ, ਉਹ ਮੰਦਿਰ ਦੇ ਵੱਲ ਨੂੰ ਪਿੱਠ ਕਰਕੇ ਸੂਰਜ ਨੂੰ ਪਾਣੀ ਦਿੰਦੇ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਬਿਲਕੁਲ ਹਿੰਦੁਸਤਾਨ ਤੋਂ ਲੈ ਕੇ ਉੱਥੇ ਤੱਕ ਜਿਹੜੇ ਸਾਰੇ ਧਰਮ ਉਹਨਾਂ ਨੇ ਸਾਰੇ ਹੀ ਅਪਣਾਏ, ਉਹੀ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਪਏ, ਸੱਪਾਂ ਦੀ ਪੂਜਾ ਕਰਦੇ ਪਏ, ਦਰਖਤਾਂ ਦੀ ਜੋ ਪੂਜਾ ਕਰਦੇ ਪਏ। ਪਰ ਪ੍ਰਭੂ ਨੇ ਸਾਰੀਆਂ ਚੀਜ਼ਾਂ ਉਹਨਾਂ ਨੂੰ ਦਿਖਾਈਆਂ। ਪਰ ਕੀ ਪ੍ਰਭੂ ਦੇ ਹੁੰਦਿਆਂ ਉਹ ਮੰਦਿਰ ਟੱਠਾ? ਮੇਰੇ ਨਾਲ 10ਵੇਂ ਭਾਵ ਚ 10ਵੇਂ ਭਾਵ ਚ ਆ ਜਾਓ, ਛੋਟਾ ਜਿਹਾ ਚੈਪਟਰ। ਆਓ ਇਸ ਨੂੰ ਦੇਖੀਏ। ਅੱਜ ਅਸੀਂ ਇਸ ਦੇ ਨਾਲ ਖਤਮ ਕਰਾਂਗੇ ਔਰ ਫਿਰ ਅਸੀਂ ਉਹ ਪੜਾਂਗੇ ਜਿਹੜਾ ਪ੍ਰਭੂ ਨੇ ਸਾਨੂੰ ਚੀਜ਼ਾਂ ਕਰਨ ਦੇ ਲਈ ਕਹੀਆਂ ਔਰ ਜਿਹੜੀਆਂ ਸਾਨੂੰ ਨਹੀਂ ਕਰਨ ਦੇ ਲਈ ਕਹੀਆਂ। ਫਿਰ ਅਸੀਂ ਕੱਲ ਨੂੰ ਉਹ ਸਾਰੀਆਂ ਚੀਜ਼ਾਂ ਦੇਖਾਂਗੇ। ਅਸੀਂ ਪ੍ਰਭੂ ਦਾ ਮੰਦਿਰ ਕਿਸ ਲਈ ਬਣੇ ਔਰ ਕਿਸ ਵੇਲੇ ਪ੍ਰਭੂ ਨੇ ਸਾਡੇ ਉੱਤੇ ਰਹਿਮ ਕੀਤੀ ਤੇ ਹੁਣ ਸਾਨੂੰ ਕਿਹੜੀਆਂ ਚੀਜ਼ਾਂ ਤੋਂ ਆਪਣਾ ਧਿਆਨ ਰੱਖਣਾ ਪੈਣਾ। ਅੱਛਾ ਬ੍ਰਦਰ ਜੀ, ਤੁਸੀਂ ਪੜ੍ਹਦੇ ਹੋ 10ਵਾਂ ਭਾਵ, ਉਸ ਦੀ 1 ਆਇਤ ਤੋਂ ਲੈ ਕੇ 22 ਆਇਤ ਤੱਕ। ਹਾਂਜੀ, ਸਫਾ ਹੈਗਾ 1248। ਪ੍ਰਭੂ ਦੇ ਪ੍ਰਤਾਪ ਦਾ ਮੰਦਿਰ ਨੂੰ ਛੱਡਣਾ। ਤਦ ਮੈਂ ਖੰਭਾਂ ਵਾਲੇ ਪ੍ਰਾਣੀਆਂ ਦੇ ਸਿਰਾਂ ਉਤਲੇ ਗੁੰਬਜ ਨੂੰ ਦੇਖਿਆ ਅਤੇ ਉਹਨਾਂ ਦੇ ਉੱਤੇ ਇੱਕ ਸਿੰਘਾਸਨ ਵਰਗੀ ਸ਼ਕਲ ਦੀ ਚੀਜ਼ ਬਣੀ ਹੋਈ ਸੀ ਜੋ ਨੀਲਮ ਦੀ ਬਣੀ ਹੋਈ ਸੀ। ਪਰਮੇਸ਼ਰ ਨੇ ਮਲਮਲ ਦੇ ਕੱਪੜੇ ਪਾਏ ਹੋਏ ਮਨੁੱਖ ਨੂੰ ਕਿਹਾ, ਤੂੰ ਪ੍ਰਾਣੀਆਂ ਦੇ ਹੇਠਲੇ ਪਹੀਆਂ ਵਿਚਕਾਰ ਜਾ ਅਤੇ ਉੱਥੋਂ ਆਪਣੇ ਹੱਥ ਮਗ ਦੇ ਅੰਗਾਰੇ ਨਾਲ ਭਰ ਅਤੇ ਉਹਨਾਂ ਕੋਲਿਆਂ ਨੂੰ ਸ਼ਹਿਰ ਦੇ ਵਿੱਚ ਖਿਲਾਰ ਦੇ। ਮੈਂ ਉਸ ਨੂੰ ਜਾਂਦੇ ਦੇਖ ਰਿਹਾ ਸਾਂ। ਖੰਭਾਂ ਵਾਲੇ ਪ੍ਰਾਣੀ ਮੰਦਿਰ ਦੇ ਦੱਖਣੀ ਪਾਸੇ ਵੱਲ ਖੜੇ ਸਨ। ਜਦੋਂ ਉਹ ਅੰਦਰ ਗਿਆ ਤਾਂ ਉਸ ਸਮੇਂ ਅੰਦਰਲਾ ਵਿਹੜਾ ਬੱਦਲ ਨਾਲ ਭਰ ਗਿਆ। ਪ੍ਰਭੂ ਦੀ ਹਜ਼ੂਰੀ ਦਾ ਪ੍ਰਕਾਸ਼ ਪ੍ਰਾਣੀਆਂ ਤੋਂ ਉੱਠ ਕੇ ਮੰਦਿਰ ਦੇ ਵਿੱਚ ਆਉਣ ਵਾਲੇ ਫਾਟਕ ਵਿੱਚ ਚਲਾ ਗਿਆ। ਤਦ ਮੰਦਿਰ ਬੱਦਲ ਨਾਲ ਭਰ ਗਿਆ ਅਤੇ ਵਿਹੜਾ ਪ੍ਰਕਾਸ਼ ਨਾਲ ਜਗਮਗਾ ਰਿਹਾ ਸੀ। ਪ੍ਰਾਣੀਆਂ ਦੇ ਖੰਭਾਂ ਦਾ ਰੌਲਾ ਬਾਹਰਲੇ ਵਿਹੜੇ ਤੱਕ ਸੁਣਿਆ ਜਾ ਰਿਹਾ ਸੀ। ਇਹ ਸਰਵ ਸ਼ਕਤੀਮਾਨ ਪਰਮੇਸ਼ਰ ਦੀ ਆਵਾਜ਼ ਵਾਂਗ ਲੱਗ ਰਿਹਾ ਸੀ। ਜਦੋਂ ਪ੍ਰਭੂ ਨੇ ਮਲਮਲ ਦੇ ਕੱਪੜੇ ਪਾਏ ਮਨੁੱਖ ਨੂੰ ਕਿਹਾ ਕਿ ਉਹ ਜਾ ਕੇ ਪਹੀਆਂ ਦੇ ਵਿਚਕਾਰੋਂ ਕੁਝ ਅੰਗਾਰੇ ਲਵੇ ਜੋ ਪ੍ਰਾਣੀਆਂ ਦੇ ਹੇਠ ਸਨ, ਤਾਂ ਮਨੁੱਖ ਅੰਦਰ ਜਾ ਕੇ ਇੱਕ ਪਹੀਏ ਕੋਲ ਖੜਾ ਹੋ ਗਿਆ। ਇੱਕ ਪ੍ਰਾਣੀ ਨੇ ਆਪਣੇ ਹੱਥ ਨਾਲ ਕੁਝ ਅੰਗਾਰੇ ਚੁੱਕੇ ਅਤੇ ਮਲਮਲ ਦੇ ਕੱਪੜੇ ਪਾਏ ਮਨੁੱਖ ਦੇ ਹੱਥਾਂ ਵਿੱਚ ਰੱਖ ਦਿੱਤੇ। ਉਸ ਮਨੁੱਖ ਨੇ ਅੰਗਾਰੇ ਲੈ ਲਏ ਅਤੇ ਉੱਥੋਂ ਚਲਾ ਗਿਆ। ਮੈਂ ਦੇਖਿਆ ਕਿ ਉਹਨਾਂ ਪ੍ਰਾਣੀਆਂ ਵਿੱਚੋਂ ਹਰ ਇੱਕ ਦੇ ਹਰ ਖੰਭ ਦੇ ਹੇਠ ਇੱਕ ਹੱਥ ਸੀ ਜੋ ਮਨੁੱਖ ਦੇ ਹੱਥ ਵਰਗਾ ਸੀ। ਤਦ ਮੈਂ ਉੱਥੇ 4 ਪਹੀਏ ਦੇਖੇ ਅਤੇ ਪ੍ਰਾਣੀ ਦੇ ਲਾਗੇ ਇੱਕ ਪਹੀਆ ਸੀ। ਉਹ ਬਹੁਮੁੱਲੇ ਪੱਥਰ ਦੇ ਵਾਂਗ ਚਮਕ ਰਹੇ ਸਨ ਅਤੇ ਹਰ ਪਹੀਏ ਦੇ ਵਿੱਚ ਇੱਕ ਦੂਜਾ ਪਹੀਆ ਲੱਗਾ ਹੋਇਆ ਸੀ। ਉਹ ਪ੍ਰਾਣੀ ਚੱਲਦੇ ਸਮੇਂ ਬਿਨਾਂ ਮੁੜੇ ਹੀ ਕਿਸੇ ਵੀ ਦਿਸ਼ਾ ਵੱਲ ਜਾ ਸਕਦੇ ਸਨ। ਉਹ ਸਭ ਇੱਕ ਦਿਸ਼ਾ ਵੱਲ ਹੀ ਬਿਨਾਂ ਮੁੜੇ ਜਾਂਦੇ ਸਨ। ਜਿਸ ਪਾਸੇ ਵੀ ਉਹ ਜਾਣਾ ਚਾਹੁੰਦੇ ਸਨ, ਉਹਨਾਂ ਦੇ ਸਰੀਰ, ਪਿੰਡੇ, ਹੱਥ, ਖੰਭ ਅਤੇ ਪਹੀਏ ਸਭ ਅੱਖਾਂ ਨਾਲ ਭਰੇ ਹੋਏ ਸਨ। ਇਹ ਪਹੀਏ ਪਹਿਲੇ ਪਹੀਆਂ ਵਰਗੇ ਸਨ ਜੋ ਮੈਂ ਪਹਿਲੇ ਦਰਸ਼ਨ ਵਿੱਚ ਦੇਖੇ ਸਨ। ਇੱਥੋਂ ਤੱਕ ਜੀ? ਨਹੀਂ, ਥੋੜਾ ਜਿਹਾ ਗਾਂ ਚੱਲੋ। ਚਲੋ। ਹਰ ਪ੍ਰਾਣੀ ਦੇ 4 ਮੂੰਹ ਸਨ। ਪਹਿਲੇ ਬਲਦ ਦਾ, ਦੂਜੇ ਮਨੁੱਖ ਦਾ, ਤੀਜਾ ਸ਼ੇਰ ਦਾ, ਚੌਥਾ ਉਕਾਬ ਦਾ। ਇਹ ਪ੍ਰਾਣੀ ਉਹੀ ਸਨ ਜੋ ਮੈਂ ਕੁਵਾਰ ਦਰਿਆ ਦੇ ਕੰਢੇ ਉੱਤੇ ਦੇਖੇ ਸਨ। ਜਦੋਂ ਪ੍ਰਾਣੀ ਹਵਾ ਵਿੱਚ ਉੱਪਰ ਉੱਠਦੇ ਸਨ ਅਤੇ ਇੱਧਰ ਉੱਧਰ ਜਾਂਦੇ ਸਨ ਤਾਂ ਪਹੀਏ ਉਹਨਾਂ ਦੇ ਨਾਲ ਜਾਂਦੇ ਸਨ। ਜਦੋਂ ਉਹ ਆਪਣੇ ਖੰਭ ਉੱਡਣ ਲਈ ਖਿਲਾਰਦੇ ਸਨ
ਤਾਂ ਪਹੀਏ ਉਹਨਾਂ ਦੇ ਨਾਲ ਹੀ ਜਾਂਦੇ ਸਨ। ਜਦੋਂ ਪ੍ਰਾਣੀ ਰੁਕਦੇ ਸਨ ਤਾਂ ਪਹੀਏ ਵੀ ਰੁਕ ਜਾਂਦੇ ਸਨ। ਜਦੋਂ ਉੱਡਦੇ ਸਨ ਤਾਂ ਪਹੀਏ ਫਿਰ ਵੀ ਉਹਨਾਂ ਦੇ ਨਾਲ ਜਾਂਦੇ ਸਨ, ਕਿਉਂਕਿ ਉਹ ਪ੍ਰਾਣੀਆਂ ਦੇ ਅਧਿਕਾਰ ਵਿੱਚ ਸਨ। ਤਦ ਪ੍ਰਭੂ ਦੀ ਹਜ਼ੂਰੀ ਦਾ ਪ੍ਰਕਾਸ਼ ਮੰਦਰ ਦੇ ਅੰਦਰ ਆਉਣ ਵਾਲੇ ਫਾਟਕ ਤੋਂ ਉੱਠ ਕੇ ਪ੍ਰਾਣੀਆਂ ਦੇ ਉੱਤੇ ਇੱਕ ਥਾਂ ਉੱਤੇ ਚਲਾ ਗਿਆ। ਫਿਰ ਮੇਰੇ ਦੇਖਦਿਆਂ ਹੀ ਉਹਨਾਂ ਨੇ ਆਪਣੇ ਖੰਭ ਖਿਲਾਰੇ ਅਤੇ ਧਰਤੀ ਤੋਂ ਉੱਪਰ ਉੱਡਣ ਲੱਗੇ ਅਤੇ ਪਹੀਏ ਉਹਨਾਂ ਦੇ ਨਾਲ ਹੀ ਸਨ। ਉਹ ਮੰਦਰ ਦੇ ਪੂਰਬੀ ਫਾਟਕ ਕੋਲ ਠਹਿਰੇ ਅਤੇ ਚਮਕਦਾ ਪ੍ਰਕਾਸ਼ ਉਹਨਾਂ ਉੱਤੇ ਸੀ। ਮੈਂ ਉਹਨਾਂ ਪ੍ਰਾਣੀਆਂ ਨੂੰ ਪਛਾਣ ਲਿਆ। ਉਹ ਉਹੀ ਸਨ ਜੋ ਮੈਂ ਕਵਾਰ ਦਰਿਆ ਦੇ ਲਾਗੇ ਇਸਰਾਇਲ ਦੇ ਪਰਮੇਸ਼ਰ ਹੇਠ ਦੇਖੇ ਸਨ। ਹਰ ਪ੍ਰਾਣੀ ਦੇ 4 ਮੂੰਹ, 4 ਖੰਭ ਅਤੇ ਹਰ ਖੰਭ ਦੇ ਹੇਠ ਮਨੁੱਖ ਦਾ ਹੱਥ ਵਰਗਾ ਇੱਕ ਹੱਥ ਸੀ। ਉਹਨਾਂ ਦੇ ਮੂੰਹ ਬਿਲਕੁਲ ਉਹਨਾਂ ਮੂੰਹਾਂ ਵਰਗੇ ਸਨ ਜੋ ਮੈਂ ਕਬਾਰ ਦਰਿਆ ਦੇ ਉੱਤੇ ਦੇਖੇ ਸਨ। ਹਰ ਪ੍ਰਾਣੀ ਸਿੱਧਾ ਚੱਲਦਾ ਸੀ। ਸੋ ਅਸੀਂ ਕੀ ਦੇਖਦੇ ਪਏ ਕਿ ਜਿਸ ਵੇਲੇ ਪ੍ਰਭੂ ਦੀ ਹਜ਼ੂਰੀ ਆਈ ਸੀ ਤਾਂ ਉਸ ਵੇਲੇ ਵੀ ਬੱਦਲ ਤਾਂ ਭਰ ਗਿਆ ਸੀ। ਹੁਣ ਜਿਸ ਵੇਲੇ ਉਹ ਹਜ਼ੂਰੀ ਜਾ ਰਹੀ ਹੈ, ਕਾਰਨ ਕੀ ਹੈ? ਤੁਹਾਨੂੰ ਥੋੜਾ ਜਿਹਾ ਮੈਂ ਹੋਮਵਰਕ ਦਊਂਗਾ। ਚੈਪਟਰ 8, 9, 10, 11 ਇਸਨੂੰ ਜ਼ਰੂਰ ਪੜ੍ਹੇ, ਕਿਉਂਕਿ ਇਹ ਇਸ ਵਿੱਚ ਲਾਸ ਆਫ ਸਿੰਬਲਿਜ਼ਮ ਹੈ। ਇਹਦੇ ਵਿੱਚ ਮੈਂ ਸਿੰਬਲਿਜ਼ਮ ਦੇ ਪਿੱਛੇ ਤਾਂ ਨਹੀਂ ਜਾਊਂਗਾ ਹਾਲੇ, ਲੇਕਿਨ ਜਿਸ ਲਈ ਅਸੀਂ ਇਹਨਾਂ ਚੈਪਟਰਾਂ ਨੂੰ ਦੇਖਦੇ ਹਾਂ ਤੇ ਪ੍ਰਭੂ ਨੇ ਠੋਸ ਕਾਰਨ ਦਿੱਤੇ ਆ ਮੇਰੀ ਜਿਹੜੀ ਮੇਰੀ ਹਜ਼ੂਰੀ ਆ ਉਹ ਕਿਉਂ ਜਾ ਰਹੀ ਹੈ। ਜਿਸ ਵੇਲੇ ਪ੍ਰਭੂ ਦੀ ਇਹ ਹਜ਼ੂਰੀ ਹੁਣ ਉਸ ਮੰਦਰ ਤੋਂ ਚਲੀ ਗਈ ਹੈ ਤਾਂ ਇਹ ਠੀਕ 5 ਸਾਲ ਬਾਅਦ ਏਦਾਂ ਹੋਇਆ ਸੀ। ਔਰ ਜਿਹੜਾ ਸੀਗਾ 11ਵੇਂ ਸਾਲ ਦੇ ਵਿੱਚ ਆ ਕੇ ਉਸਨੇ ਇਸ ਮੰਦਰ ਨੂੰ ਫਿਰ ਇਹ ਪਹਿਲਾ ਹਮਲਾ ਕੀਤਾ। ਫਿਰ ਉਸ ਤੋਂ ਬਾਅਦ ਆਖਰੇ 8 ਸਾਲ ਬਾਅਦ ਉਸਨੇ ਆ ਕੇ ਇਸ ਮੰਦਰ ਨੂੰ ਢਾ ਦਿੱਤਾ ਸੀ। ਇਹਦੀ ਇੱਟ ਨਹੀਂ ਰਹੀ ਸੀ, ਪੱਥਰ ਦੇ ਉੱਤੇ ਪੱਥਰ ਨਹੀਂ ਰਿਹਾ ਸੀ। ਲੇਕਿਨ ਅਸੀਂ ਹਜ਼ੂਰੀ ਜਾਂਦੀ ਦੇਖਦੇ ਰਹਿਣਾ ਚਾਹੀਦਾ। And this is it. ਅਸੀਂ ਪਰਮੇਸ਼ਰ ਦੇ ਮੰਦਰ ਕੁਛ ਇੱਕ ਚੀਜ਼ਾਂ ਇਹਦੇ ਵਿੱਚ ਦੱਸੀਆਂ ਗਈਆਂ ਜਿਹਦਾ ਸਾਨੂੰ ਬੜਾ ਧਿਆਨ ਰੱਖਣਾ ਇਸ ਮੰਦਰ ਦੀ ਪਵਿੱਤਰਤਾ ਦੇ ਲਈ। ਔਰ ਕਿੱਦਾਂ ਦੀ ਹਜ਼ੂਰੀ ਆ ਇਹ ਵੀ ਦੇਖੋ। ਜਿਹੜੇ ਤੁਸੀਂ 10ਵੇਂ ਚੈਪਟਰ ਦੀਆਂ ਪਹਿਲੀਆਂ 6 ਜਾਂ 7 ਆਇਤਾਂ ਨੂੰ ਪੜ੍ਹਦੇ ਪਏ, ਕਿੱਦਾਂ ਦੀ ਉਹ ਹਜ਼ੂਰੀ ਲੈ ਕੇ ਆਇਆ ਹੈ ਅੰਦਰ। ਇਸ ਹਜ਼ੂਰੀ ਨੂੰ ਦੇਖੋ ਔਰ ਇਸ ਹਜ਼ੂਰੀ ਦੇ ਲਈ ਜੋ ਪ੍ਰਭੂ ਸਾਨੂੰ ਕਹਿੰਦਾ ਉਹ ਕਰੀਏ, ਔਰ ਜੋ ਜਿਸ ਚੀਜ਼ ਤੋਂ ਕਹਿੰਦਾ ਨਹੀਂ ਕਰਨੀ ਨਾ ਕਰੀਏ। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੇਰੀ ਦਇਆ ਰਹਿਮ ਤੇਰੇ ਪਿਆਰ ਦੇ ਲਈ। ਅਸੀਂ ਇਸ ਹਿੱਸੇ ਦੇ ਲਈ ਤੇਰਾ ਸ਼ੁਕਰ ਕਰਦੇ ਹਾਂ ਪ੍ਰਭੂ ਜੀ। ਅੱਜ ਤਾਂ ਅਸੀਂ ਸਿਰਫ ਫਾਊਂਡੇਸ਼ਨ ਬੰਨੀ ਕਿ ਜੋ ਅਸੀਂ ਪ੍ਰਭੂ ਦੇ ਵਿੱਚ ਕੀ ਹਾਂ, ਇੱਕ ਇਮਾਰਤ ਵੱਲ ਦੇਖਣ ਜਾ ਰਹੇ ਹਾਂ ਜੋ ਪ੍ਰਭੂ ਨੇ ਸਾਨੂੰ ਬਣਾਇਆ। ਸੋ ਖੁਦਾਵੰਦ ਅਸੀਂ ਇਹ ਹਿੱਸੇ ਸਾਰੇ ਦੇਖਦੇ ਪਏ ਹਾਂ। ਸਾਨੂੰ ਪ੍ਰਭੂ ਜੀ ਤੂੰ ਹੁਣ ਬੁੱਧ ਦੇ ਕਿ ਅਗਲਾ ਜਿਹੜਾ ਸਭ ਤੋਂ ਮਹਾਨ ਹਿੱਸਾ ਆ ਕਿ ਅਸੀਂ ਪ੍ਰਭੂ ਦੇ ਮੰਦਰ ਹਾਂ। ਪ੍ਰਭੂ ਜੀ ਉਸ ਦੇ ਵਿੱਚ ਤੂੰ ਸਾਡੇ ਉੱਤੇ ਕਿਰਪਾ ਕਰੇ। ਸੋ ਅਸੀਂ ਪ੍ਰਭੂ ਜੀ ਇਹ ਪਹਿਚਾਨੀਏ ਸਭ ਤੋਂ ਪਹਿਲਾਂ ਕਿ ਪ੍ਰਭੂ ਦੀ ਹਜ਼ੂਰੀ ਸਾਡੇ ਨਾਲ। ਉਸ ਉਪਾਸਨਾ ਨੂੰ ਪਹਿਚਾਨੀਏ ਜੋ ਪ੍ਰਭੂ ਦੀ ਬਣਦੀ ਹੈ, ਜੋ ਸਾਡਾ ਤੇਰੇ ਨਾਲ ਰਿਸ਼ਤਾ ਹੈ, ਜਿਸ ਮੰਦਰ ਦਾ ਪ੍ਰਭੂ ਦੇ ਨਾਲ ਰਿਸ਼ਤਾ। ਔਰ ਪ੍ਰਭੂ ਜੀ ਅਸੀਂ ਹਰ ਉਸ ਚੀਜ਼ ਤੋਂ ਦੂਰ ਹੋਈਏ ਜੋ ਤੈਨੂੰ ਪ੍ਰਭੂ ਜੀ ਦੁੱਖ ਦਿੰਦੀ ਹੈ। ਤੇਰੇ ਲਈ ਕਿੰਨਾ ਕਸ਼ਟਦਾਇਕ ਸਮਾਂ ਹੋਏਗਾ ਪ੍ਰਭੂ ਜੀ ਜਦੋਂ ਤੂੰ ਇਸ ਮੰਦਰ ਨੂੰ ਛੱਡਿਆ। ਸਾਡੇ ਤੇ ਰਹਿਮ ਕਰ ਪਿਆਰੇ ਪ੍ਰਭੂ। ਤੇਰਾ ਰਹਿਮ, ਤੇਰੀ ਕੁਦਰਤ, ਤੇਰਾ ਛੁਟਕਾਰਾ ਸਾਡੇ ਸਭ ਦੇ ਨਾਲ, ਸਾਡੇ ਅੱਗੇ ਸਾਡੇ ਪਿੱਛੇ
ਸਾਡੇ ਖੱਬੇ, ਸਾਡੇ ਸੱਜੇ, ਸਾਡੇ ਉੱਪਰ, ਸਾਡੇ ਪੈਰਾਂ ਦੇ ਵਿੱਚ। ਜਿਸ ਤਰ੍ਹਾਂ ਪ੍ਰਭੂ ਜੀ ਇਸ ਪ੍ਰਾਣੀਆਂ ਦਾ ਪਹਿਰਾ ਲੱਗਾ ਹੈ, ਇਹ ਪਹਿਰਾ ਪ੍ਰਭੂ ਜੀ ਤੇਰਾ ਬਣਿਆ ਰਹੇ। और खुदावंद स्वर्ग तो तेरी निगाहबानी, पवित्र आत्मा दी हुजूरी, प्रभु यसु मसीह दी दा साथ, और सब तो ज्यादा प्रभु जी साडे पैरां दे विच छोटा रस्ता जो तू सानू दिता, ये बनिया रहे। बुरे और बुराई तो बचा के रखी जब तक दोबारा मिलिए प्रभु जी। तेरी कृपा साडे सब दे नाल, मसीह यसु दे मीठे और प्यारे नाम। कल ਨੂੰ ਅਸੀਂ ਹੁਣ ਦੇਖਾਂਗੇ ਇਮਾਰਤ ਜੋ ਪ੍ਰਭੂ ਨੇ ਸਾਨੂੰ ਬਣਾਇਆ। ਬਲੈਸ ਯੂ। ਕੱਲ ਦੁਆਰਾ ਸੇਮ ਟਾਈਮ।